ਸਾਹਿਬ ਤੁਹਾਡਾ ਕਰਦੇ ਹਾਂ ਜੀ ਸਵਾਗਤ ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ ਤੇ ਨਮਸਕਾਰ ਜੀ। ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਆਪਾਂ ਬਾਕੀ ਖਬਰਾਂ ਤੇ ਕਰਦੇ ਹਾਂ ਚਰਚਾ। ਇੱਕ ਖਬਰ ਜਿਹੜੀ ਆ ਰਹੀ ਆ ਕਿ ਜਿਹੜਾ ਸੌਦਾ ਸਾਧ ਜਿਹੜਾ ਆ ਉਹ ਜੇਲ੍ਹ 'ਚ ਨਜ਼ਰਬੰਦ ਸੀਗਾ, ਉਹ ਬੜੇ ਹੱਥ ਕੰਡੇ ਅਪਣਾ ਰਿਹਾ ਆ ਕਿ ਕਿਸੇ ਤਰ੍ਹਾਂ ਮੇਰੀ ਜਾਨ ਛੁੱਟ ਜਾਏ, ਕਦੀ ਕੋਈ ਬਹਾਨਾ ਕਦੀ ਕੋਈ ਬਹਾਨਾ। ਪਰ ਹੁਣ ਤੇ ਆਦੇ ਉਹਨੂੰ ਕਰੋਨਾ ਹੋ ਗਿਆ ਤੇ ਉਹਨੂੰ ਮੈਦਾਂਤਾ ਹਸਪੀਟਲ 'ਚ ਦਾਖਲ ਕਰਾਇਆ ਗਿਆ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਆਮ ਤੌਰ ਤੇ ਜਦੋਂ ਜੇਲ੍ਹ ਦੇ ਵਿੱਚ ਕੋਈ ਵਿਅਕਤੀ ਬਿਮਾਰ ਹੁੰਦਾ ਤੇ ਸਰਕਾਰੀ ਖਰਚੇ ਤੇ ਸਾਰਾ ਕੰਮ ਹੁੰਦਾ ਤੇ ਉਹਨੂੰ ਸਰਕਾਰੀ ਹਸਪਤਾਲਾਂ 'ਚ ਲਿਜਾਇਆ ਜਾਂਦਾ, ਤੇ ਉਹਦੇ ਨਾਲ ਇੰਨੀ ਵਿਸ਼ੇਸ਼ ਰਿਆਇਤ ਕਿਉਂ? ਔਰ ਦੂਸਰਾ, ਉਹਨੇ ਬੜੀ ਮੰਗ ਕੀਤੀ ਕਿ ਮੇਰੇ ਕੋਲ ਉਹ ਜਿਹੜੀ ਲੜਕੀ ਜਿਹਨੂੰ ਆਪਣੀ ਉਹ ਬੇਟੀ ਕਹਿੰਦਾ ਹਨੀਪ੍ਰੀਤ, ਉਹਦਾ ਰਹਿਣਾ ਬਹੁਤ ਜ਼ਰੂਰੀ ਆ। ਉਹ ਸ਼ੁਰੂ ਤੋਂ ਹੀ ਉਹਦੀ ਮੰਗ ਕਰ ਰਿਹਾ ਸੀ, ਇੱਥੋਂ ਤੱਕ ਕਿ ਉਹ ਜੇਲ੍ਹ 'ਚ ਵੀ ਮੇਰੇ ਨਾਲ ਰੱਖੋ। ਤੇ ਹੁਣ ਅਲਾਓ ਕਰ ਦਿੱਤਾ ਸਰਕਾਰ ਨੇ ਕਿ ਉਹਦੀ ਅਟੈਂਡੈਂਟ ਦੇ ਤੌਰ ਤੇ ਉਹਦੇ ਨਾਲ ਉਹ ਰਹਿ ਸਕਦੀ ਆ। ਮਤਲਬ ਇੱਕ ਵਿਅਕਤੀ ਨੂੰ ਜਿਹੜੇ ਨੇ ਇੰਨੇ ਕੁ ਕਰਮ ਕੀਤੇ ਹੋਏ ਆ, ਲੋਕ ਉਹਦੇ ਖਿਲਾਫ ਇੰਨਾ ਸੋਚਦੇ ਆ, ਤੇ ਸਰਕਾਰ ਫਿਰ ਕਿਤੇ ਨਾ ਕਿਤੇ ਆਪਣੇ ਵੋਟ ਬੈਂਕ ਨੂੰ ਰੱਖਣ ਲਈ, ਖਾਸ ਕਰਕੇ ਹਰਿਆਣੇ ਦੀ ਸਰਕਾਰ, ਉਹਦੀ ਮਦਦ ਲਗਾਤਾਰ ਕਰਦੀ ਜਾ ਰਹੀ ਆ। ਦੇਖੋ, ਇਹ ਸਾਫ਼ ਹੋਇਆ ਹੈ, ਸਾਰੀ ਚੀਜ਼ ਜਿਹੜੀ ਹੈ ਬਿਲਕੁਲ ਸਾਫ਼ ਕਰਦੀ ਹੈ ਕਿ ਜਿਹੜੀ ਉਹਨੂੰ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ, ਵੀਵੀਆਈਪੀ ਟ੍ਰੀਟਮੈਂਟ, ਉਹਦੇ ਪਿੱਛੇ ਸਰਕਾਰ ਦੀ ਮਨਸ਼ਾ ਕੁਝ ਹੋ ਰਿਹਾ ਹੈ। ਸਰਕਾਰ ਚਲਾ ਰਹੀ ਜਿਹੜੀ ਧਿਰ ਹੈ ਭਾਰਤੀ ਜਨਤਾ ਪਾਰਟੀ ਹਰਿਆਣੇ ਦੇ ਵਿੱਚ, ਉਹਦੀ ਮਨਸ਼ਾ ਕੁਝ ਹੋ ਰਿਹਾ। ਤੁਸੀਂ ਦੇਖੋ, ਅਚਾਨਕ ਹੀ ਪਿਛਲੇ ਕੁਝ ਸਮੇਂ ਤੋਂ, ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਕਿਸਾਨ ਅੰਦੋਲਨ ਦੇ ਜਿਹੜੇ ਅਸਰ ਭਾਰਤ ਦੀ ਵਿਸ਼ੇਸ਼ ਕਰਕੇ ਪੰਜਾਬ ਤੇ ਹਰਿਆਣੇ ਦੀ ਰਾਜਨੀਤੀ ਤੇ ਪਏ ਆ, ਤੇ ਕੁਝ ਸਮਾਂ ਕੱਢਿਆ ਭਾਰਤੀ ਜਨਤਾ ਪਾਰਟੀ ਨੇ, ਤੇ ਅਲਟੀਮੇਟਲੀ ਉਹਨਾਂ ਨੇ ਇੱਕ ਹਥਿਆਰ ਦੇ ਤੌਰ ਤੇ ਇਹ ਜਿਹੜਾ ਸੌਦਾ ਸਾਧ ਹੈ ਜਾਂ ਝੂਠਾ ਸਾਧ ਹੈ, ਇਹਨੂੰ ਉਹਨਾਂ ਨੇ ਵਰਤਣ ਦੀ ਜਿਹੜੀ ਵਿਉਂਤ ਬਣਾਈ ਹੈ। ਤੇ ਕਿਉਂਕਿ ਪੰਜਾਬ ਦੇ ਵਿੱਚ 2022 ਦੀਆਂ ਇਲੈਕਸ਼ਨਸ ਹੈਗੀਆਂ, ਸੋ 2022 ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਸ ਹਾਲਤ ਵਿੱਚ ਅੱਜ ਹੈ, ਤਾਂ ਉਹਦੇ ਹੱਥ ਪੱਲੇ ਕੁਝ ਬਹੁਤਾ ਪੈਣ ਵਾਲਾ ਨਹੀਂ ਪੰਜਾਬ ਦੇ ਵਿੱਚ। ਸੋ ਇਸ ਕਰਕੇ ਉਹ ਕੋਈ ਹੱਥ ਪੱਲੇ ਮਾਰ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਥੋੜ੍ਹਾ ਬਹੁਤ ਹੀ ਸਹੀ ਅਸੀਂ ਆਪਣੀ ਸਾਖ ਬਚਾਉਣ 'ਚ ਕਾਮਯਾਬ ਹੋ ਜਾਈਏ ਪੰਜਾਬ ਦੇ ਵਿੱਚ। ਤੇ ਉਹਦੇ ਲਈ ਪੰਜਾਬ ਨੂੰ ਇੱਕ ਵਾਰ ਫਿਰ ਬਲਦੀ ਦੇ ਬੂਥੇ ਦੇਣ ਦੀ ਜਿਹੜੀ ਇੱਕ ਸਾਜ਼ਿਸ਼ ਰਚੀ ਗਈ ਹੈ, ਤੇ ਉਹ ਕਈ ਚੀਜ਼ਾਂ ਹੋਰ ਵੀ ਕੀਤੀਆਂ ਜਾ ਰਹੀਆਂ। ਪਰ ਜਿਹੜਾ ਸਿਰਸੇ ਵਾਲਾ ਇਹ ਸਾਧ ਹੈ, ਇਹਨੂੰ ਅਚਾਨਕ ਹੀ, ਜਿੱਦਾਂ ਪਿਛਲੇ 1.5 ਮਹੀਨੇ ਤੋਂ ਕਦੇ ਪੈਰੋਲ ਤੇ ਰਿਹਾ ਕਰਨ ਦੀ ਗੱਲ, ਕਦੇ ਹਸਪੀਟਲ ਜਾਣਾ, ਤੇ ਹੁਣ ਫਿਰ ਹਸਪੀਟਲ ਦੇ ਵਿੱਚ ਵੀਵੀਆਈਪੀ ਟ੍ਰੀਟਮੈਂਟ ਦੇਣਾ, ਇੱਕ ਪ੍ਰਾਈਵੇਟ ਹਸਪੀਟਲ ਮੈਦਾਂਤਾ ਦੇ ਵਿੱਚ ਦਾਖਲ ਕਰਵਾਉਣਾ ਉਹਨੂੰ, ਤੇ ਉਹਦਾ ਉੱਥੇ ਬਾਰ-ਬਾਰ ਬਹਾਨੇ ਬਣਾਉਣਾ ਟੈਸਟ ਕਰਵਾਉਣ ਦੇ ਨਾਂ ਦੇ ਉੱਤੇ, ਤੇ ਫਿਰ ਅਟੈਂਡੈਂਟ ਦੇ ਤੌਰ ਤੇ ਹਨੀਪ੍ਰੀਤ ਦਾ ਉਹਦੇ ਕੋਲ ਪਹੁੰਚ ਜਾਣਾ, ਤੇ ਹਸਪੀਟਲ ਦੀ ਮੈਨੇਜਮੈਂਟ ਵੱਲੋਂ 15 ਜੂਨ ਤੱਕ ਉਹਦਾ ਅਟੈਂਡੈਂਟ ਦਾ ਕਾਰਡ ਵੀ ਬਣਾ ਦੇਣਾ। ਇਹ ਆਪਣੇ ਆਪ ਦੇ ਵਿੱਚ ਇਹ ਸਾਫ਼ ਕਰਦਾ ਹੈ ਵੀ ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਰਿਆਣੇ ਦੀ ਸਰਕਾਰ ਹੈ, ਉਹ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਮਦਦ ਕਰਨ ਵਾਸਤੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਾ ਰਹੀ ਹੈ। ਤੇ ਇੱਕ ਤਾਂ ਉਹਦੇ ਨਾਲ ਹੀ ਸੌਦਾ ਹੋਇਆ ਹੋਏਗਾ, ਹੈ ਤਾਂ ਉਹ ਸੌਦਾ ਸਾਧ ਹੀ ਆ, ਤੇ ਸੌਦਾ ਸ਼ਾਇਦ ਉਹਦੇ ਨਾਲ ਹੋ ਗਿਆ ਕਿ ਤੈਨੂੰ ਹੌਲੀ ਹੌਲੀ ਜਿਹੜਾ ਆ ਜਿਹੜੇ ਇਹ ਸਾਰੇ ਜਿਹੜੇ ਮਸਲੇ ਤੇਰੇ ਆਲੇ ਦੁਆਲੇ ਖੜੇ ਹੋਏ ਆ ਜਾਂ ਕੇਸ ਹੈ, ਇਹਨਾਂ ਤੋਂ ਮੁਕਤ ਕੀਤਾ ਜਾਏਗਾ, ਤੇ ਤੂੰ ਉਹਦੇ ਇਵਜ਼ ਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਜਿਹੜੇ ਪ੍ਰੇਮੀ ਆ ਉਹਨਾਂ ਨੂੰ ਸਾਡੇ ਹੱਕ ਦੇ ਵਿੱਚ ਭੁਗਤਾਉਣਾ ਹੈ। ਇਹ ਉਹਦਾ ਤੈਅ ਹੋ ਚੁੱਕਾ ਹੈ। ਇਸੇ ਕਰਕੇ ਉਹਨੂੰ ਇਸ ਤਰ੍ਹਾਂ ਦੀ ਵੀਵੀਆਈਪੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ। ਨਾ ਉਹਦੀ ਪਤਨੀ ਜਿਹੜੀ ਹੈ ਮਿਲਣ ਆਈ ਆ ਹਸਪੀਟਲ, ਨਾ ਉਹਦੀ ਮਾਂ ਆਈ ਆ, ਨਾ ਕੋਈ ਹੋਰ ਹੈ। ਉਹਦੇ ਵਾਸਤੇ ਹਨੀਪ੍ਰੀਤ ਜਿਹੜੀ ਇੰਪੋਰਟੈਂਟ ਹੈ, ਤੇ ਉਹਨੂੰ ਅਟੈਂਡੈਂਟ ਦੇ ਤੌਰ ਤੇ ਆਗਿਆ ਵੀ ਦੇ ਦਿੱਤੀ ਕਿ ਨਾ ਉਹਦੀ ਰਿਸ਼ਤੇਦਾਰ ਹੈ, ਨਾ ਉਹਦੇ ਪਰਿਵਾਰ ਦੇ ਵਿੱਚੋਂ। ਤੇ ਇਸ ਕਰਕੇ ਲੋਕ ਇਸ ਗੱਲ ਨੂੰ ਚਰਚਾ 'ਚ ਵੀ ਲੈ ਕੇ ਆ ਰਹੇ ਆ, ਤੇ ਬਹੁਤ ਸਾਰੀਆਂ ਕਹਿ ਲਓ ਵੀ ਗੱਲਾਂ ਵੀ ਕੀਤੀਆਂ ਜਾ ਰਹੀਆਂ। ਪਰ ਇਹਦਾ ਪੋਲੀਟੀਕਲ ਐਂਗਲ ਇਹੀ ਹੈ, ਪੋਲੀਟੀਕਲ ਐਂਗਲ ਇਹੀ ਹੈ ਕਿ ਇੱਕ ਤਾਂ ਭਾਰਤੀ ਜਨਤਾ ਪਾਰਟੀ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਰਿਵਾਈਵ ਕੀਤਾ ਜਾਏ, ਤੇ ਰਿਵਾਈਵ ਕਰਨ ਵਾਸਤੇ ਬਹੁਤ ਸਾਰੇ ਜਿਹੜੇ ਹੱਥਕੰਡੇ ਹੋਰ ਵੀ ਭਾਰਤੀ ਜਨਤਾ ਪਾਰਟੀ ਹਾਲੇ ਅਪਣਾਏਗੀ। ਦੂਜਾ, ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗਦਾ ਹੈ ਵੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਉਹਦੀ ਮਦਦ ਦੀ ਲੋੜ ਪਵੇ,
ਪੰਜਾਬ 'ਚ ਤਾਂ ਪੈਣੀ ਹੈ 2022 ਦੇ ਵਿੱਚ, ਕਿਉਂਕਿ ਹੋਰ ਤਾਂ ਕੋਈ ਹੱਥ ਪੱਲੇ ਭਾਰਤੀ ਜਨਤਾ ਪਾਰਟੀ ਦੇ ਹੈ ਨਹੀਂ। ਜਿਹੜੀ ਥੋੜੀ ਬਹੁਤ ਕਹਿ ਲਓ ਵੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਪਾਲਿਸੀ ਸ਼੍ਰੋਮਣੀ ਅਕਾਲੀ ਦਲ ਕਰਕੇ ਬਣੀ ਹੋਈ, ਉਹ ਹੁਣ ਟੁੱਟ ਚੁੱਕਾ, ਉਹਨਾਂ ਦਾ ਸਾਥ ਟੁੱਟ ਚੁੱਕਾ ਹੈ। ਤੇ ਪੰਜਾਬ ਤੋਂ ਬਾਅਦ ਉਹ ਹਰਿਆਣੇ ਦੇ ਵਿੱਚ ਵੀ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੇ ਭਾਰਤੀ ਜਨਤਾ ਪਾਰਟੀ ਦੀ ਹਾਲਤ ਪਤਲੀ ਕੀਤੀ ਹੋਈ ਹੈ, ਉੱਥੇ ਵੀ ਇੱਕ ਹਰਿਆਣੇ ਦੇ ਵਿੱਚ ਵੀ ਇੱਕ ਪੱਕਾ ਵੋਟ ਬੈਂਕ ਹੈ ਇਸ ਸੌਦਾ ਸਾਧ ਦਾ, ਤੇ ਉੱਥੇ ਵੀ ਮਦਦ ਲੈਣ ਦੀ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਹੋਏਗੀ। ਇਹੀ ਇਹਦੇ ਪਿੱਛੇ ਹੈ। ਤੇ ਉਹਦਾ ਪ੍ਰਮਾਣ ਇਸ ਗੱਲ ਤੋਂ ਵੀ ਮਿਲ ਗਿਆ ਸੀ ਵੀ ਜਦੋਂ ਪੈਰੋਲ ਇਹਨੂੰ ਮਿਲੀ ਹੈ ਇੱਕ ਦਿਨ ਦੀ, ਉਦੋਂ ਵੀ ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਇੱਥੇ ਸਾਡੇ ਪੰਜਾਬ 'ਚ ਇੱਕ ਗ੍ਰੰਥੀ ਨੇ ਜਿਵੇਂ ਅਰਦਾਸ ਦੇ ਰੂਪ ਦੇ ਵਿੱਚ ਇਹਦੀ ਰਿਹਾਈ ਦੀ ਗੱਲ ਕੀਤੀ ਸੀ, ਨਰਿੰਦਰ ਮੋਦੀ ਦੀ ਕਹਿ ਲਓ ਉਸਤਤ ਕੀਤੀ ਸੀ। ਤੇ ਹਰਜੀਤ ਗਿੱਲ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਤੁਹਾਡੀ ਆਵਾਜ਼ ਉਹਨੂੰ ਹਟ ਗਈ ਮੈਨੂੰ। ਥੋੜੀ ਘੱਟ ਆ ਰਹੀ ਹੈ, ਥੋੜਾ ਜਿਹਾ ਤੁਸੀਂ ਜੇ ਉੱਚੀ ਬੋਲ ਸਕੋ ਤੇ ਜ਼ਿਆਦਾ ਬਿਹਤਰ ਹੈ। ਥੋੜੀ ਆਵਾਜ਼ ਘੱਟ ਆ ਰਹੀ ਹੈ ਤੁਹਾਡੀ। ਅਰੇ ਤੁਹਾਡੀ ਵਿੱਚੋਂ ਬੰਦ ਹੋ ਗਈ ਸੀ, ਹੁਣ ਫਿਰ ਤੁਹਾਡੀ ਆਵਾਜ਼ ਆ ਗਈ ਹੈ। ਨਹੀਂ, ਮੈਨੂੰ ਤੁਹਾਡੀ ਆਵਾਜ਼ ਸੁਣ ਰਹੀ ਆ, ਪਰ ਟੀਵੀ ਦੇ ਉੱਤੇ ਥੋੜੀ ਜਿਹੀ ਮੈਨੂੰ ਦੱਸ ਰਿਹਾ ਟੈਕਨੀਸ਼ੀਅਨ ਵੀ ਆਵਾਜ਼ ਥੋੜੀ ਘੱਟ ਜਾ ਰਹੀ ਹੈ ਤੁਹਾਡੀ। ਥੋੜਾ ਜਿਹਾ ਤੁਸੀਂ ਕੋਸ਼ਿਸ਼ ਕਰੋ, ਜੇ ਤੁਹਾਡੀ ਆਵਾਜ਼ ਇੱਥੋਂ ਡਾਊਨ ਹੈ ਤਾਂ ਉੱਪਰ ਕਰ ਲਓ, ਤੇ ਨਹੀਂ ਤਾਂ ਥੋੜਾ ਜਿਹਾ ਲਾਊਡ ਬੋਲਣ ਦੀ ਕੋਸ਼ਿਸ਼ ਕਰੋ। ਮੈਨੂੰ ਲੱਗਦਾ ਨਹੀਂ, ਮੈਂ ਵੈਸੇ ਰੂਟੀਨ ਦੇ ਵਿੱਚ ਕਾਫੀ ਮੇਰੀ ਆਵਾਜ਼ ਉੱਚੀ ਰਹਿੰਦੀ ਹੈ। ਤੇ ਮੈਨੂੰ ਲੱਗਦਾ ਟੈਕਨੀਕਲੀ ਆਪਾਂ ਨੂੰ ਚੈੱਕ ਕਰਨ ਦੀ ਜ਼ਰੂਰਤ ਹੈ। ਪਿਛਲੇ ਇੱਕ ਦੋ ਦਿਨ ਤੋਂ ਆਪਾਂ ਇਹ ਦੇਖ ਰਹੇ ਹਾਂ ਵੀ ਆਪਣੀ ਇਹ ਦਿੱਕਤ ਹੈ। ਤੇ ਚਲੋ ਖੈਰ, ਮੈਂ ਜਿਹੜੀ ਗੱਲ ਕਰ ਰਿਹਾ ਵੀ ਪੰਜਾਬ ਦੇ ਨਾਲ ਨਾਲ ਹਰਿਆਣੇ 'ਚ ਵੀ ਉਹਨਾਂ ਨੂੰ ਸ਼ਾਇਦ ਇਹਦੇ ਵੋਟ ਬੈਂਕ ਦੀ ਜ਼ਰੂਰਤ ਹੈ। ਕਿ ਉਹ ਜਿਹੜਾ ਮੈਂ ਗ੍ਰੰਥੀ ਦੀ ਗੱਲ ਕਰ ਰਿਹਾ ਸੀ, ਉਹਨੇ ਜਿਸ ਤਰੀਕੇ ਦੇ ਨਾਲ ਉਸਤਤ ਕੀਤੀ ਨਰਿੰਦਰ ਮੋਦੀ ਦੀ, ਪ੍ਰਧਾਨ ਮੰਤਰੀ ਦੀ, ਤੇ ਫਿਰ ਇਹਦੀ ਰਿਹਾਈ ਦੀ ਜਿਹੜੀ ਅਰਦਾਸ ਦੇ ਰੂਪ ਦੇ ਵਿੱਚ ਗੱਲ ਕੀਤੀ, ਤੇ ਉਸ ਤੋਂ ਬਾਅਦ ਜਿਹੜਾ ਉੱਤੇ ਕੇਸ ਹੋਇਆ ਤੇ ਉਹਦੇ ਪੱਖ ਦੇ ਵਿੱਚ ਆ ਕੇ ਖੜੇ ਹੋ ਜਾਣਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਦਾ, ਤੇ ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰਮਾਣ ਹੈ ਵੀ ਇਹ ਸੌਦਾ ਸਾਧ ਜਿਹੜਾ ਆ ਉਹਦੀ ਵਰਤੋਂ ਜਾਂ ਦੁਰਵਰਤੋਂ ਜਿਹੜੀ ਆ ਪੰਜਾਬ ਦੀ ਵੋਟ ਪੋਲਿਟਿਕਸ ਵਿੱਚ ਕੀਤੀ ਜਾਣੀ ਹੈ। ਤੇ ਨੁਕਸਾਨ ਇਹਦਾ ਇਹ ਹੋਣਾ ਵੀ ਪੰਜਾਬ ਦੇ ਵਿੱਚ ਫੇਰ ਤੋਂ ਉਸ ਤਰ੍ਹਾਂ ਦਾ ਇੱਕ ਖਿਚਾਅ ਵਾਲਾ, ਤਣਾਅ ਵਾਲਾ ਜਿਹੜਾ ਮਾਹੌਲ ਬਣ ਜਾਏਗਾ, ਤੇ ਜਿਹਦਾ ਸਿੱਧਾ ਨੁਕਸਾਨ ਪੰਜਾਬ ਦੇ ਆਮ ਬੰਦੇ ਨੂੰ ਹੋਣਾ ਆ, ਜਾਂ ਉਸ ਆਸਥਾਵਾਨ ਨੂੰ ਹੋਣਾ ਆ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਦਾ ਹੈ ਜੀ। ਦਸਾਂਝ ਸਾਹਿਬ, ਇੱਕ ਖਬਰ ਆਪਾਂ ਕਾਫੀ ਕਰਦੇ ਰਹੇ ਹਾਂ ਕਿ ਸਟੇਟਾਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਸੁੱਟ ਦਿੱਤਾ ਸੀਗਾ ਕਰੋਨਾ ਦੇ ਹਾਲ ਦੇ ਉੱਤੇ, ਤੇ ਹੁਣ ਸੁਪਰੀਮ ਕੋਰਟ 'ਚ ਖਿੱਚਾਤੂਈ ਹੋਈ ਸੈਂਟਰ ਦੀ, ਤੇ ਮੋਦੀ ਸਾਹਿਬ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਸਾਰੇ ਹੀ ਨਾਗਰਿਕਾਂ ਨੂੰ 18 ਸਾਲ ਤੋਂ ਵੱਧ ਵਾਲਿਆਂ ਨੂੰ ਫ੍ਰੀ ਜਿਹੜਾ ਵੈਕਸੀਨ ਆ ਉਹ ਉਪਲਬਧ ਕਰਾਵਾਂਗੇ, ਕੇਂਦਰ ਸਰਕਾਰ ਕਰੇਗੀ। ਤੇ ਦੋਸ਼ਣ ਉਹਨਾਂ ਹੁਣ ਵੀ ਸਟੇਟਾਂ ਤੇ ਲਾਏ ਆ ਕਿ ਉਹ ਭਰਮ ਫੈਲਾ ਰਹੀਆਂ ਨੇ। ਕੁਝ ਸਟੇਟਾਂ ਜਿਹੜੀਆਂ ਕਹਿੰਦੀਆਂ ਸੀਗੀਆਂ ਕਿ ਇਹ ਸਾਡਾ ਅਧਿਕਾਰ ਹੈ ਹੈਲਥ ਸਿਸਟਮ ਦੇ ਉੱਤੇ ਕੰਟਰੋਲ, ਇਸ ਕਰਕੇ ਅਸੀਂ 25% ਉਹਨਾਂ ਨੂੰ ਭਾਰ ਵੰਡਣ ਲਈ ਕਿਹਾ ਸੀਗਾ, ਪਰ ਉਹ ਉਹਨੂੰ ਨਿਭਾ ਨਹੀਂ ਸਕੇ, ਤੇ ਹੁਣ ਕੇਂਦਰ ਸਰਕਾਰ ਨੇ ਆਪਣੇ ਹੱਥ 'ਚ ਲੈ ਲਿਆ। ਦੇਖੋ, ਦੋ ਅਹਿਮ ਐਲਾਨ ਕੀਤੇ ਆ ਨਰਿੰਦਰ ਮੋਦੀ ਹੋਰਾਂ ਨੇ। ਇੱਕ ਤਾਂ ਇਹੀ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ 25% ਭਾਰ ਵੀ ਸੀ ਸਟੇਟ ਗਵਰਨਮੈਂਟਸ ਦੇ ਉੱਤੇ, ਉਹ ਵੀ ਉਹਨਾਂ ਨੂੰ ਚੁੱਕਣ ਦੀ ਜ਼ਰੂਰਤ ਨਹੀਂ ਹੈ। ਵੀ 18 ਸਾਲ ਤੋਂ ਉੱਪਰਲੇ ਉਮਰ ਵਰਗ ਦੇ ਜਿੰਨੇ ਵੀ ਜਿਹੜੇ ਵੈਕਸੀਨ ਦੇ ਜਿਹੜੇ ਪ੍ਰੋਗਰਾਮ ਹੋਣਗੇ, ਉਹ ਸਾਰੀ ਵੈਕਸੀਨ ਦਾ ਪ੍ਰਬੰਧ ਸੈਂਟਰ ਗਵਰਨਮੈਂਟ ਕਰੇਗੀ, ਤੇ ਇਹਦਾ ਕੋਈ ਵੀ ਜਿਹੜਾ ਖਰਚਾ ਜਿਹੜਾ ਸਟੇਟ ਗਵਰਨਮੈਂਟ ਨੂੰ ਨਹੀਂ ਦੇਣਾ ਪਏਗਾ। ਦੂਜਾ, ਉਹਨਾਂ ਨੇ ਕਿਹਾ ਕਿ ਪਹਿਲੀ ਵੇਵ ਦੇ ਵਿੱਚ ਵੀ 80 ਕਰੋੜ ਦੇ ਕਰੀਬ ਜਿਹੜੀ ਆਬਾਦੀ ਸੀ, ਗਰੀਬ ਆਬਾਦੀ ਭਾਰਤ ਦੀ, ਤੇ ਉਹਨੂੰ ਅਨਾਜ ਜਿਹੜਾ ਆ ਉਹ ਜਾਂ ਰਾਸ਼ਨ ਜਿਹੜਾ ਮੁਹੱਈਆ ਕਰਵਾਇਆ ਗਿਆ ਸੀ। ਤੇ ਹੁਣ ਵੀ ਅਸੀਂ ਜਿਹੜੀ ਇਹ ਯੋਜਨਾ ਇਹਨੂੰ ਮਈ ਜੂਨ ਦੇ ਵਿੱਚ ਤਾਂ ਇਹਨੂੰ ਲਗਾਤਾਰ ਇਹਨੂੰ ਲਿਜਾਣਾ ਹੀ ਅੱਗੇ। ਅਸੀਂ ਦੀਵਾਲੀ ਤੱਕ, ਮਤਲਬ ਨਵੰਬਰ ਤੱਕ 80 ਕਰੋੜ ਭਾਰਤ ਦੇ ਗਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਅਨਾਜ ਜਾਂ ਰਾਸ਼ਨ ਅਸੀਂ ਦੇਵਾਂਗੇ ਮੁਫਤ ਜੀ। ਇਹ ਦੋ ਗੱਲਾਂ ਦੇ ਵਿੱਚ ਜਿਹੜੀ ਪਹਿਲੀ ਗੱਲ ਹੈ ਉਹ ਇਹ ਹੈ ਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਕਾਫੀ ਜ਼ਿਆਦਾ ਇਹਦੇ ਤੇ ਘਚੋਲਾ ਪਿਆ, ਤੇ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਸੈਂਟਰ ਗਵਰਨਮੈਂਟ ਨੇ ਜਿਹੜੀ ਆਪਣੇ ਤੋਂ ਚੁੱਕ ਕੇ ਜਿਹੜੀ ਆ ਸਟੇਟ ਗਵਰਨਮੈਂਟਸ ਦੇ ਉੱਤੇ ਸੁੱਟ ਦਿੱਤੀ ਸੀ ਹਰ ਮਾਮਲੇ ਦੇ ਵਿੱਚ। ਸਟੇਟ ਗਵਰਨਮੈਂਟ ਆਪੇ ਹੀ, ਮਤਲਬ ਜਿੱਦਾਂ ਲਾਕਡਾਊਨ ਦੀ ਗੱਲ ਸੀਗੀ ਵੀ ਲਾਕਡਾਊਨ ਕਿੰਨਾ ਲਾਉਣਾ, ਕਿਵੇਂ ਲਾਉਣਾ ਆ, ਤੇ ਇਹ ਸਟੇਟ ਗਵਰਨਮੈਂਟ ਆਪ ਫੈਸਲਾ ਕਰਨ। ਯਾਨੀ ਨੈਸ਼ਨਲ ਗਵਰਨਮੈਂਟ ਨੇ ਸਿੱਧੇ ਤੌਰ ਦੇ ਉੱਤੇ, ਜਿੱਦਾਂ ਪਿਛਲੀ ਵਾਰ ਸਾਰੇ ਮੁਲਕ ਨੂੰ ਬੰਦ ਕਰ ਦਿੱਤਾ ਸੀ, ਐਤਕੀ ਉੱਦਾਂ ਨਹੀਂ ਕੀਤਾ।
ਸੂਬਿਆਂ ਦੇ ਉੱਤੇ ਸਾਰਾ ਕੁਝ ਸੁੱਟ ਦਿੱਤਾ ਵੀ ਜੇ ਕੱਲ ਨੂੰ ਰੁਜ਼ਗਾਰ ਦੇ ਮਸਲੇ ਉੱਠਦੇ ਆ ਜਾਂ ਬਾਕੀ ਮਸਲੇ ਉੱਠਦੇ ਆ ਤੇ ਉਹ ਘੇੜਨ ਸਟੇਟ ਗਵਰਨਮੈਂਟਸ ਨੇ। ਤੇ ਦੂਜਾ ਜਿਹੜਾ ਵੈਕਸੀਨ ਦੇ ਮਾਮਲੇ 'ਚ ਵੀ ਉਹਨਾਂ ਨੇ ਸਟੇਟ ਗਵਰਨਮੈਂਟ ਨੂੰ ਕਿਹਾ ਸੀ ਵੀ ਤੁਸੀਂ ਆਪ ਹੀ ਇਹਦਾ ਪ੍ਰਬੰਧ ਕਰੋ, ਤੇ ਇਸੇ ਕਰਕੇ ਕੁਝ ਸਟੇਟ ਗਵਰਨਮੈਂਟਸ ਨੇ ਜਿਹੜੇ ਗਲੋਬਲ ਟੈਂਡਰ ਵੀ ਜਾਰੀ ਕੀਤੇ ਸੀ, ਜਿਹੜੇ ਕੰਪਨੀਆਂ ਨੇ ਰੱਦ ਕਰ ਦਿੱਤੇ, ਇਹ ਕਹਿ ਕੇ ਕਿ ਅਸੀਂ ਤਾਂ ਡੀਲ ਜਿਹੜੀ ਕਰਾਂਗੇ ਸਿੱਧੀ ਤੁਹਾਡੀ ਜਿਹੜੀ ਆ ਸੈਂਟਰ ਦੀ ਗਵਰਨਮੈਂਟ ਉਹਨਾਂ ਕਰਾਂਗੇ। ਤੇ ਉਹਦੇ 'ਚ ਇੱਕ ਦਬਾਅ ਦੀ ਸਥਿਤੀ ਵੀ ਬਣ ਗਈ ਸੀ ਕੇਂਦਰ ਸਰਕਾਰ ਦੇ ਉੱਤੇ, ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਜ਼ਿਕਰ ਵੀ ਕੀਤਾ ਸੀ। ਭਾਰਤੀ ਜਨਤਾ ਪਾਰਟੀ ਦੇ ਕੁਝ ਜਿਹੜੇ ਅਹਿਮ ਲੀਡਰ ਨੇ, ਜਿਹਦੇ 'ਚ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੀ ਸ਼ਾਮਲ ਸੀ, ਤੇ ਉਧਰੋਂ ਆਰਐਸਐਸ ਦੇ ਜਿਹੜੇ ਮੋਹਨ ਭਾਗਵਤ ਨੇ ਤੇ ਕੁਝ ਟੌਪ ਦੇ ਜਿਹੜੇ 10 ਅਹੁਦੇਦਾਰ ਨੇ ਕੁੱਲ ਮਿਲਾ ਕੇ, ਉਹਨਾਂ ਦੀ ਇੱਕ ਸਾਂਝੀ ਮੀਟਿੰਗ ਹੋਈ ਸੀ ਨਾ ਇਸ਼ੂਜ਼ ਦੇ ਉੱਤੇ, ਜਿਹਦੇ 'ਚ ਇਹ ਇਸ਼ੂ ਵਿਸ਼ੇਸ਼ ਤੌਰ ਤੇ ਵਿਚਾਰਿਆ ਗਿਆ ਕਿ ਕਰੋਨਾ ਮਹਾਮਾਰੀ ਜਿਹੜੀ ਹੈ ਉਹਦਾ ਮੁਕਾਬਲਾ ਕਰਨ ਦੇ ਵਿੱਚ ਕਿੱਥੇ ਕਿੱਥੇ ਜਿਹੜੇ ਫੇਲੀਅਰਸ ਹੈ ਸਾਡੇ ਸਰਕਾਰਾਂ ਦੇ, ਖਾਸ ਤੌਰ ਦੇ ਉੱਤੇ ਨਰਿੰਦਰ ਮੋਦੀ ਸਰਕਾਰ ਦੇ, ਜਾਂ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹੈ। ਤੇ ਦੂਜਾ ਉਹਦੇ ਕਿਸਾਨ ਅੰਦੋਲਨ ਜਿਹੜਾ ਵਿਚਾਰਿਆ ਗਿਆ ਸੀ ਕਿ ਇਹਦਾ ਅਸਰ ਕਿੱਦਾਂ ਪੈਣਾ ਆ, ਵਿਸ਼ੇਸ਼ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ, ਉੱਤਰਾਖੰਡ ਦੇ ਵਿੱਚ ਤੇ ਪੰਜਾਬ ਦੇ ਵਿੱਚ। ਤੇ ਉਹਦੇ ਤੋਂ ਬਾਅਦ ਸ਼ਾਇਦ ਇਹ ਸਟ੍ਰੈਟਜੀ ਉਹਨਾਂ ਨੇ ਕੱਢੀ ਹੈ ਵੀ ਸਰਕਾਰ ਦਾ ਅਕਸ ਸੁਧਾਰਨ ਵਾਸਤੇ ਕੁਝ ਕਦਮ ਚੁੱਕਣ ਦੀ ਜ਼ਰੂਰਤ ਹੈ, ਜਿਹਦੇ ਪਹਿਲੇ 2 ਕਦਮ ਹੈ ਉਹ ਨਰਿੰਦਰ ਮੋਦੀ ਨੇ ਐਲਾਨੀਆਂ ਜਿਹੜਾ ਆ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਰ ਦਿੱਤੇ ਨੇ। ਸੋ ਮੈਨੂੰ ਲੱਗਦਾ ਇਹ ਸ਼ਾਇਦ ਇੱਕ ਨਵਾਂ ਤਰੀਕਾ ਉਹਨਾਂ ਨੇ ਲੱਭਿਆ ਕਿ ਗੁਆਚੀ ਹੋਈ ਸਾਖ ਨੂੰ ਬਹਾਲ ਕਰਨ ਦਾ ਇਹ ਸ਼ਾਇਦ ਤਰੀਕਾ ਹੈ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ ਜਿਹੜੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੈ ਉਹ ਬਹੁਤ ਬੁਰੀ ਤਰ੍ਹਾਂ ਫੇਲ ਵੀ ਹੋਈ ਹੈ, ਤੇ ਉਹਦੇ ਖਿਲਾਫ ਇੱਕ ਬਹੁਤ ਵੱਡਾ ਜਿਹੜਾ ਆ ਲੋਕਾਂ ਦੇ ਵਿੱਚ ਗੁੱਸਾ ਤੇ ਨਿਰਾਸ਼ਾ ਜਿਹੜੀ ਹੈ ਦਿਖਾਈ ਦੇ ਰਹੀ ਹੈ। ਤੇ ਜੇ ਦਿੱਲੀ 'ਚ ਦੁਬਾਰਾ 2024 ਦੇ ਵਿੱਚ ਹਕੂਮਤ ਕਰਨੀ ਹੈ ਨਰਿੰਦਰ ਮੋਦੀ ਨੇ ਜਾਂ ਅਮਿਤ ਸ਼ਾਹ ਨੇ, ਤਾਂ ਫਿਰ ਉਹਦਾ ਰਸਤਾ ਤਾਂ ਯੂਪੀ 'ਚ ਹੋ ਕੇ ਨਿਕਲਦਾ ਹੈ। ਸੋ ਇਹ 2 ਐਲਾਨ ਜਿਹੜੇ ਹੋਏ ਨੇ, ਇਹਦੇ ਪਿੱਛੇ ਯੂਪੀ ਨੂੰ ਦੁਬਾਰਾ ਹਥਿਆਉਣ ਦੀ ਜਿਹੜੀ ਕੋਸ਼ਿਸ਼ ਰਹੇਗੀ ਵੀ ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਦੁਬਾਰਾ ਸੱਤਾ ਕਿੱਦਾਂ ਹਾਸਲ ਕੀਤੀ ਜਾ ਸਕੇ, ਤਾਂ ਜੋ 2024 ਦੇ ਵਿੱਚ 73 ਜਿਹੜੀਆਂ ਸੀਟਾਂ ਪਹਿਲਾਂ ਹਾਸਲ ਕੀਤੀਆਂ ਉਹਨੂੰ ਰਿਪੀਟ ਕੀਤਾ ਜਾ ਸਕੇ, ਜਿਹਦੀ ਸੰਭਾਵਨਾ ਭਾਵੇਂ ਘੱਟ ਹੈ, ਪਰ ਉਹਦੀ ਕੋਸ਼ਿਸ਼ ਜਿਹੜੀ ਹੈ ਨਰਿੰਦਰ ਮੋਦੀ ਹੋਰਾਂ ਦੇ ਇਹਨਾਂ 2 ਐਲਾਨਾਂ 'ਚੋਂ ਸਾਫ਼ ਦਿਖਾਈ ਦੇ ਰਹੀ ਹੈ ਜੀ। ਦਸਾਂਝ ਸਾਹਿਬ, ਕੁਝ ਜਿਹੜੇ ਨਿਊਜ਼ ਅਦਾਰੇ ਨੇ ਉਹ ਇੱਕ ਖਬਰ ਕਰ ਰਹੇ ਨੇ ਪਿਛਲੇ 1-2 ਦਿਨਾਂ ਤੋਂ ਕਿ ਜਿਹੜਾ ਭਾਰਤ ਦਾ ਖੇਤੀ ਮੰਤਰੀ ਨੇ, ਉਹਨਾਂ ਨੇ ਕੋਈ ਪ੍ਰਪੋਜ਼ਲ ਬਣਾ ਕੇ ਸੈਂਟਰ ਨੂੰ ਭੇਜੀ ਆ, ਸੈਂਟਰ ਨੂੰ ਕੀ ਭੇਜੀ, ਆਪਣੀ ਗਵਰਨਮੈਂਟ ਨੂੰ ਭੇਜੀ ਆ ਮੋਦੀ ਸਾਹਿਬ ਹੋਰਾਂ ਦੀ ਪਰਮਿਸ਼ਨ ਵਾਸਤੇ, ਕਿ ਜਿਹੜਾ ਇਹਨਾਂ ਨੇ ਖੁੱਲੀ ਮੰਡੀ ਵਾਲਾ ਕਾਨੂੰਨ ਬਣਾਇਆ ਸੀ ਉਹਦੇ ਵਿੱਚ ਕਿਸ ਤਰ੍ਹਾਂ ਦੀ ਸੋਧ ਕਰ ਦਿੱਤੀ ਜਾਵੇ ਕਿ ਜਿਹੜੀ ਓਪਨ ਮੰਡੀ ਹੋਊਗੀ ਉਹ ਬਿਲਕੁਲ ਜਿਹੜੀ ਪਹਿਲਾਂ ਜਿਹੜੀ ਏਐਮਪੀਸੀ ਕਹਿੰਦੇ ਸ਼ਾਇਦ ਉਹਨੂੰ, ਉਹਦੇ ਅਕੋਰਡਿੰਗ ਰੂਲਾਂ ਦੇ ਮੁਤਾਬਕ ਹੀ ਕੰਮ ਕਰੂਗੀ। ਪਹਿਲਾਂ ਇਹਨਾਂ ਕਰਤਾ ਸੀ ਕਿ ਕੋਈ ਵੀ ਵਿਅਕਤੀ ਜਿਹਦੇ ਕੋਲ ਆਧਾਰ ਕਾਰਡ ਹੋਵੇ ਕਿਸੇ ਜਗ੍ਹਾ ਤੇ ਵੀ ਜਾ ਕੇ ਖਰੀਦ ਕਰ ਸਕਦਾ ਆ, ਪਰ ਹੁਣ ਕਿਹਾ ਜਾ ਰਿਹਾ ਕਿ ਜਿਹੜੇ ਨਿਯਮ ਆੜਤੀ ਤੇ ਲਾਗੂ ਹੁੰਦੇ ਸੀ, ਜਿਸ ਤਰੀਕੇ ਨਾਲ ਪਹਿਲਾਂ ਖਰੀਦ ਹੁੰਦੇ ਸੀ, ਸਰਕਾਰੀ ਖਰੀਦ ਜਾਂ ਪ੍ਰਾਈਵੇਟ ਖਰੀਦ ਵੀ ਮੰਡੀਆਂ ਦੇ ਢਾਂਚੇ ਥਰੂ, ਉਹਨੂੰ ਬਰਕਰਾਰ ਰੱਖਿਆ ਜਾਊਗਾ ਔਰ ਬਕਾਇਦਾ ਆੜਤ ਦੀ ਫੀਸ ਦਿੱਤੀ ਜਾਊਗੀ, ਸਰਕਾਰੀ ਟੈਕਸ ਦਿੱਤਾ ਜਾਊਗਾ, ਜਿਸ ਤਰ੍ਹਾਂ ਉੱਥੇ ਪੱਲੇਦਾਰ ਰੁਜ਼ਗਾਰ ਕਰਦੇ ਉਹਨਾਂ ਦਾ ਰੁਜ਼ਗਾਰ ਚੱਲਦਾ ਰਹੇਗਾ। ਮਤਲਬ ਸਿੱਧੀ ਜਿਹੜੀ ਕਾਰਪੋਰੇਟ ਨੂੰ ਖੁੱਲ੍ਹ ਦੇਤੀ ਸੀਗੀ, ਉਹਨੂੰ ਕਿਤੇ ਨਾ ਕਿਤੇ ਸ਼ਾਇਦ ਉਹ ਗਲਤੀ ਸੁਧਾਰਨ ਨੂੰ ਤਿਆਰ ਹੋ ਰਹੇ ਨੇ। ਇਸ ਤਰ੍ਹਾਂ ਦੀ ਕੋਈ ਖਬਰ ਤੁਹਾਨੂੰ ਲੱਗਦੀ ਆ ਕਿ ਕੋਈ ਚਰਚਾ 'ਚ ਹੈ? ਕਿਉਂਕਿ ਪਿਛਲੇ ਦਿਨੀ ਵੀ ਖਬਰ ਆਈ ਸੀ ਕਿ ਇੱਕ ਗੱਲ ਚੱਲ ਰਹੀ ਆ ਬੈਕਡੋਰ ਕਿਸਾਨ ਲੀਡਰਸ਼ਿਪ ਨਾਲ ਤੇ ਕਿਸੇ ਗੱਲ ਤੇ ਸਮਝੌਤਾ ਹੋ ਸਕਦਾ, ਇਹ ਉਹਨਾਂ ਗੱਲਾਂ 'ਚੋਂ ਨਿਕਲੀ ਹੋਈ ਗੱਲ ਲੱਗਦੀ ਆ ਜਾਂ ਇਹ ਅਜੇ ਕਿਆਸ ਰਾਈਆਂ ਹੀ ਨੇ ਜੀ? ਦੇਖੋ ਗੱਲ ਇਹ ਆ ਵੀ ਕੁਝ ਚੀਜ਼ਾਂ ਜਿਹੜੀਆਂ ਆ ਸਰਕਾਰ ਨੂੰ ਲਾਜ਼ਮੀ ਤੌਰ ਤੇ ਕਰਨੀਆਂ ਪੈਣੀਆਂ, ਤਾਂ ਹੈ ਨਹੀਂ ਕਿ ਜਿਸ ਜ਼ਿੱਦ ਤੇ ਸਰਕਾਰ ਹੈਗੀ ਆ ਉਹ ਜ਼ਿੱਦ ਜਿਹੜੀ ਆ 100% ਪੁਗਾ ਲਈ ਜਾਏਗੀ, ਉਹ ਪੋਸੀਬਲ ਨਹੀਂ ਆ। ਹੁਣ ਜਿਸ ਪਿੱਚ ਦੇ ਉੱਤੇ ਕਿਸਾਨ ਅੰਦੋਲਨ ਪਹੁੰਚਿਆ ਹੋਇਆ, ਜਿਵੇਂ ਕਿਸਾਨ ਅੰਦੋਲਨ ਨੇ ਖਾਸ ਤੌਰ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜਿਹੜੇ ਐਕਸ਼ਨ ਵੀ ਹੋਏ ਨੇ, ਉਹਦੇ 'ਚ ਜਿਸ ਸਮਝ ਦਾ ਤੇ ਜਿਸ ਕਮਿਟਮੈਂਟ ਦਾ ਤੇ ਜਿਵੇਂ ਸ਼ਾਂਤਮਈ ਤਰੀਕੇ ਦਾ ਜਿਹੜਾ ਅੰਦੋਲਨ ਨੂੰ ਅੱਗੇ ਲਿਜਾਇਆ ਗਿਆ, ਤੇ ਉਹ ਐਕਸ਼ਨ ਜਿਹੜੇ ਆ 100% ਸਫਲ ਵੀ ਹੁੰਦੇ ਰਹੇ ਆ। ਈਵਨ ਜਿਹੜੇ ਖਾਸ ਤੌਰ ਤੇ ਹਰਿਆਣੇ ਦੇ ਵਿੱਚ ਕੁਝ ਕਿਸਾਨਾਂ ਦੇ ਖਿਲਾਫ ਜਿਹੜੇ ਕਹਿ ਲਓ ਵੀ ਸਰਕਾਰ ਦੇ ਐਕਸ਼ਨ ਸੀ, ਉਹਨਾਂ ਦਾ ਵੀ ਮੋੜਵਾਂ ਜਵਾਬ ਕਿਸਾਨਾਂ ਨੇ ਦਿੱਤਾ ਹੈ। ਚਾਹੇ ਹਿਸਾਰ ਦੇ ਵਿੱਚ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਸੀ, ਤੇ ਹਿਸਾਰ ਦੇ ਵਿੱਚ ਜਿਵੇਂ
ਵੱਡਾ ਇਕੱਠ ਕੀਤਾ ਕਿਸਾਨਾਂ ਨੇ। ਬਾਅਦ 'ਚ ਖੱਟੜ ਸਰਕਾਰ ਨੂੰ ਉਹ ਸਾਰੇ ਕਿਸਾਨਾਂ ਤੋਂ ਕੇਸ ਵਾਪਸ ਲੈਣ ਦਾ ਐਲਾਨ ਕਰਨਾ ਪਿਆ। ਜਿਵੇਂ ਟੋਹਾਣੇ ਦੇ ਵਿੱਚ ਪਿਛਲੇ 3 ਦਿਨ ਤੋਂ ਕਿਸਾਨਾਂ ਨੇ ਥਾਣੇ ਦੇ ਵਿੱਚ ਹੀ ਧਰਨਾ ਦਿੱਤਾ ਹੋਇਆ ਸੀ, ਤੇ ਉੱਥੇ 2 ਕਿਸਾਨ ਲੀਡਰ ਜਿਹੜੇ ਗ੍ਰਿਫਤਾਰ ਕਰ ਲਏ ਗਏ ਸੀ। ਉੱਥੇ ਦੇ ਇੱਕ MLA ਆ ਦਵਿੰਦਰ ਬਬਲੀ, ਉਹਨੇ ਬਹੁਤ ਮੰਦੀ ਭਾਸ਼ਾ ਵੀ ਵਰਤੀ ਸੀ ਕਿਸਾਨਾਂ ਦੇ ਪ੍ਰਤੀ ਜਦੋਂ ਦਾ ਘਿਰਾਓ ਕੀਤਾ ਜਾ ਰਿਹਾ ਸੀ। ਤੇ ਉਸ ਤੋਂ ਬਾਅਦ ਦਵਿੰਦਰ ਬਬਲੀ ਨੇ ਵੀ ਮੁਆਫੀ ਮੰਗੀ ਕਿਸਾਨਾਂ ਤੋਂ, ਤੇ ਫਿਰ ਉਹ 2 ਕਿਸਾਨ ਆਗੂ ਵੀ ਰਿਹਾ ਕਰਨੇ ਪਏ। ਕੱਲ ਤੜਕੇ ਉਹ 2 ਕਿਸਾਨ ਆਗੂ ਰਿਹਾ ਕਰ ਦਿੱਤੇ ਗਏ। ਤੇ ਜਿਹੜੀਆਂ ਛੋਟੀਆਂ ਛੋਟੀਆਂ ਜਿੱਤਾਂ ਅਸੀਂ ਦੇਖ ਰਹੇ ਹਾਂ ਕਿਸਾਨ ਅੰਦੋਲਨ ਦੀਆਂ, ਉਹਦਾ ਅਸਰ ਜਿਹੜਾ ਵਿਆਪਕ ਪੱਧਰ ਦੇ ਉੱਤੇ ਜਿਹੜਾ ਦਿੱਲੀ ਦਾ ਕਿਸਾਨ ਮੋਰਚਾ ਹੈ ਉਹਦੇ ਰਾਹੀਂ ਜਿਹੜਾ ਦੇਸ਼ ਭਰ ਦੇ ਵਿੱਚ ਇੱਕ ਵੱਡੇ ਕੈਨਵਸ ਦੇ ਉੱਤੇ ਕਿਸਾਨਾਂ ਦਾ ਅੰਦੋਲਨ ਹੈ, ਉਹਦੇ ਜਿੱਤ ਵੱਲ ਵਧਣ ਦੀ ਜਿਹੜੀ ਕਿਤੇ ਨਾ ਕਿਤੇ ਸੂਚਨਾ ਇਹਦੇ ਤੋਂ ਮਿਲਦੀ ਹੈ। ਸੋ ਜਿੱਦਾਂ ਮੈਂ ਜ਼ਿਕਰ ਕੀਤਾ ਕਿ RSS ਦੀ ਚਿੰਤਾ 'ਚ ਹੈ ਇਹ, ਭਾਰਤੀ ਜਨਤਾ ਪਾਰਟੀ ਦੀ ਟੌਪ ਦੀ ਲੀਡਰਸ਼ਿਪ ਨਾਲ ਉਹਨੇ ਇਹ ਗੱਲਾਂ ਕੀਤੀਆਂ ਵੀ ਕਿਸਾਨ ਅੰਦੋਲਨ ਨੇ ਵੀ ਵੱਡਾ ਨੁਕਸਾਨ ਕਰ ਲੈਣਾ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ। ਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਬਾਰੇ ਕਹਿ ਵੀ ਦਿੱਤਾ। ਸੰਯੁਕਤ ਕਿਸਾਨ ਮੋਰਚੇ ਨੇ ਤਾਂ ਕਿਹਾ ਸੀ ਰੂਟੀਨ 'ਚ ਹੁਣ ਜਿਹੜੇ ਲੀਡਰ ਜਿਹੜੇ ਗੁਰਦਾਮ ਸਿੰਘ ਚੜੂਨੀ ਵਰਗੇ, ਰਕੇਸ਼ ਟਕੈਤ ਵਰਗੇ ਜਾਂ ਬਲਵੀਰ ਸਿੰਘ ਰਾਜੇਵਾਲਾ ਵਰਗੇ, ਇਹਨਾਂ ਨੇ ਵੀ ਕਈ ਵਾਰ ਗੱਲਾਂ ਕਰਦਿਆਂ ਕਿਹਾ ਕਿ ਜੇ ਵੋਟਾਂ ਦੀ ਭਾਸ਼ਾ ਸਮਝਦੀ ਹੈ ਭਾਰਤੀ ਜਨਤਾ ਪਾਰਟੀ ਤਾਂ ਫਿਰ ਠੀਕ ਹੈ, ਅਸੀਂ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਮੂਵ ਕੀਤਾ ਸੀ, UP 'ਚ ਵੀ ਤੇ ਉੱਤਰਾਖੰਡ ਦੇ ਵਿੱਚ ਵੀ ਜਾਵਾਂਗੇ ਤੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ 'ਚ ਭੂਮਿਕਾ ਨਿਭਾਵਾਂਗੇ। ਇਹਦੇ ਤੋਂ ਇੱਕ ਚਿੰਤਾ ਸਰਕਾਰ 'ਚ ਹੈ। ਸੋ ਇਸ ਕਰਕੇ ਨਵੀਂ ਪ੍ਰਪੋਜ਼ਲ ਜਿਹੜੀ ਹੈ ਕੋਈ ਨਾ ਕੋਈ ਆਏਗੀ, ਡਾਇਲੋਗ ਵੀ ਖੁੱਲੇਗਾ। ਮੈਨੂੰ ਲੱਗਦਾ ਆ ਵੀਕ ਸ਼ਾਇਦ ਬੜਾ ਇਸ ਮਾਮਲੇ 'ਚ ਅਹਿਮ ਰਹੇਗਾ ਵੀ ਡਾਇਲੋਗ ਵੀ ਖੁੱਲੇਗਾ। ਤੇ ਡਾਇਲੋਗ ਜੇ ਕਰਨਾ ਹੈ ਤਾਂ ਫਿਰ ਨਵੇਂ ਸਿਰੇ ਤੋਂ ਕਰਨਾ ਪਏਗਾ। ਜਿੱਥੇ ਡਾਇਲੋਗ ਛੁੱਟਿਆ ਸੀ, ਜਿੱਥੇ ਗੱਲਬਾਤ ਟੁੱਟੀ ਸੀ, ਉੱਥੇ ਆ ਕੇ ਗੱਲ ਕਰਨੀ ਪੋਸੀਬਲ ਨਹੀਂ ਹੈ। ਕਿਸਾਨ ਅੰਦੋਲਨ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਾਂ ਕਿਸਾਨਾਂ ਦੀ ਲੀਡਰਸ਼ਿਪ ਉਹ ਸਾਰੀ ਜਿਹੜੀ ਪ੍ਰਪੋਜ਼ਲ ਹੈਗੀ ਸੀਗੀਆਂ ਹੁਣ ਤੱਕ ਸਰਕਾਰ ਦੀਆਂ ਵੀ ਤੁਸੀਂ ਸਾਰਾ ਕੁਝ ਕਰਾ ਲਓ ਜੀ, ਜਿਹੜੀ ਮਰਜ਼ੀ ਸੋਧ ਕਰਾ ਲਓ, ਵੀ ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰੋ, ਉੱਥੇ ਗੱਲ ਨਹੀਂ ਹੋ ਸਕਦੀ। ਗੱਲ ਅੱਗੇ ਤੁਰੇਗੀ। ਜੇ ਅੱਗੇ ਤੁਰੇਗੀ ਤਾਂ ਨਵੀਂ ਪ੍ਰਪੋਜ਼ਲ ਵੀ ਸਰਕਾਰ ਨੂੰ ਦੇਣੀ ਪਏਗੀ। ਕਿਸਾਨ ਲੀਡਰਸ਼ਿਪ ਨੇ ਤਾਂ ਆਪਣੇ ਵੱਲੋਂ ਚਿੱਠੀ ਲਿਖ ਕੇ ਆਪਣਾ ਫਰਜ਼ ਅਦਾ ਕੀਤਾ ਹੋਇਆ ਵੀ ਅਸੀਂ ਗੱਲਬਾਤ ਕਰਨ ਲਈ ਤਿਆਰ ਹੈ। ਸੋ ਜਿਹੜੀ ਗੇਂਦ ਹੈ ਉਹ ਕੇਂਦਰ ਸਰਕਾਰ ਦੇ ਪਾਲੇ 'ਚ ਹੈ। ਇਸ ਕਰਕੇ ਸ਼ਾਇਦ ਜਿਹੜਾ ਇਹ ਕਾਨੂੰਨ ਹੈ ਓਪਨ ਮੰਡੀ ਵਾਲਾ, ਇਹਨੂੰ ਤਾਂ ਰੱਦ ਕਰਨ ਦੀ ਚਰਚਾ ਹੋ ਹੀ ਰਹੀ ਹੈ ਵੀ ਇਸ ਕਾਨੂੰਨ ਦਾ ਤਾਂ ਭੋਗ ਜਿਹੜਾ ਲਾਜ਼ਮੀ ਤੌਰ ਤੇ ਪਏਗਾ। ਪਰ ਬਾਕੀ ਜਿਹੜੇ ਕਾਨੂੰਨ ਨੇ, 2 ਹੋਰ ਕਾਨੂੰਨ ਨੇ ਜਿਹੜੇ, ਉਹਦੇ ਤੇ ਵੀ ਨਵੀਂ ਪ੍ਰਪੋਜ਼ਲ ਸਰਕਾਰ ਨੂੰ ਦੇਣੀ ਪਏਗੀ। ਤੇ ਉਹਦਾ ਵੀ ਜਿਹੜੀ ਥੋੜੀ ਬਹੁਤ ਸਮਝਦਾਰੀ ਹੁੰਦੀ ਹੈ, ਭਾਵੇਂ ਇਹਦੇ 'ਚ ਸਾਡਾ ਕੋਈ ਹੱਕ ਨਹੀਂ ਹੈ। ਕਿਸਾਨ ਲੀਡਰਸ਼ਿਪ ਨੇ ਇਹ ਤੈਅ ਕਰਨਾ ਵੀ ਕਿੱਥੇ ਤੱਕ ਜਾ ਕੇ ਕੋਈ ਤੁਸੀਂ ਗੱਲਬਾਤ ਦੇ ਵਿੱਚ ਜਿਹੜਾ ਸਮਝੌਤਾ ਕਰਨਾ ਹੈ। ਪਰ ਜਿਹੜੀ ਰੂਟੀਨ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਵੱਡੇ ਜਿਹੜੇ ਸਮਝੌਤੇ ਹੋਇਆ ਕਰਦੇ ਆ, ਉਹਦੇ 'ਚ ਥੋੜਾ ਬਹੁਤ ਤਾਂ ਲੈ ਦੇ ਕਰਨਾ ਪੈਂਦਾ ਹੁੰਦਾ। ਕਿੰਨਾ ਕੁ ਲੈ ਦੇ ਹੋਏਗਾ ਕਿ ਕਿਸਾਨ ਲੀਡਰਸ਼ਿਪ ਇਸ ਗੱਲ ਤੇ ਹੀ ਅੜੀ ਰਹੇਗੀ ਕਿ ਤਿੰਨੇ ਕਾਨੂੰਨ ਜਿਹੜੇ ਆ ਉਹ ਰੱਦ ਹੀ ਹੋਣੇ ਚਾਹੀਦੇ ਆ ਤੇ MSP ਦਾ ਗਰੰਟੀ ਕਾਨੂੰਨ ਬਣਨਾ ਹੀ ਚਾਹੀਦਾ, ਤੇ ਕਿ ਇਹਦੇ ਤੇ ਕਿਸਾਨ ਲੀਡਰਸ਼ਿਪ ਜ਼ੋਰ ਦੇਗੀ ਤੇ ਏਦਾਂ ਹੀ ਗੱਲਾਂ ਮਨਵਾ ਕੇ ਆਪਣੇ ਅੰਦੋਲਨ ਵਾਪਸ ਲਏਗੀ, ਜਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਇੱਕ ਕਾਨੂੰਨ ਜਿਹੜਾ ਆ ਉਹਦੇ ਤੇ ਬਿਲਕੁਲ ਲੀਕ ਮਾਰ ਦਿੱਤੀ ਜਾਏ, ਜਾਂ 2 ਕਾਨੂੰਨਾਂ ਤੇ ਬਿਲਕੁਲ ਲੀਕ ਮਾਰ ਦਿੱਤੀ ਜਾਏ, ਇੱਕ ਕਾਨੂੰਨ ਦੇ ਉੱਤੇ ਥੋੜੀ ਬਹੁਤ ਸੋਧ ਕਰ ਲਈ ਜਾਏ, ਤੇ ਜਿਹੜਾ MSP ਦਾ ਗਰੰਟੀ ਕਾਨੂੰਨ ਹੈ ਉਹ ਤਾਂ ਬਣਵਾਉਣਾ ਹੀ ਪਏਗਾ, ਕਿਉਂਕਿ ਉਸ ਤੋਂ ਬਿਨਾਂ ਤਾਂ ਸਰਦਾ ਨਹੀਂ ਹੈ। ਸਾਡੇ ਕੋਲ ਪ੍ਰਮਾਣ ਮਿਲਣੇ ਸ਼ੁਰੂ ਹੋ ਗਏ ਨੇ ਵੀ ਹਾਲੇ ਵੀ ਕਾਨੂੰਨ ਲਾਗੂ ਵੀ ਨਹੀਂ ਹੋਇਆ, ਤੇ ਕੋਈ ਵੀ ਕਾਨੂੰਨ ਲਾਗੂ ਨਹੀਂ ਹੋਇਆ, ਹਾਲੇ ਤਾਂ ਬਣਾਏ ਗਏ ਨੇ। ਤੇ MSP ਜਿਹੜੀ ਆ ਉਹ ਦਿੱਤੀ ਜਾਂਦੀ ਹੈ ਪੰਜਾਬ ਤੇ ਹਰਿਆਣੇ 'ਚ ਖਾਸ ਤੌਰ ਦੇ ਉੱਤੇ ਕਣਕ ਤੇ ਝੋਨੇ ਤੇ, ਪਰ ਮੱਕੀ ਦੀ ਵੀ ਕੀਮਤ ਤੈਅ ਕੀਤੀ ਜਾਂਦੀ ਹੈ। ਜਿੱਦਾਂ 1850 ਰੁਪਏ ਮੱਕੀ ਦੀ ਕੀਮਤ ਤੈਅ ਕੀਤੀ ਗਈ ਤੇ ਪੰਜਾਬ ਦੀਆਂ ਮੰਡੀਆਂ 'ਚ 800 ਰੁਪਏ ਨੂੰ ਮੱਕੀ ਵਿਕ ਰਹੀ ਹੈ। ਕੋਈ ਵੀ ਸਰਕਾਰੀ ਏਜੰਸੀ ਮੱਕੀ ਖਰੀਦ ਨਹੀਂ ਰਹੀ, ਪ੍ਰਾਈਵੇਟ ਪਲੇਅਰ ਮੱਕੀ ਖਰੀਦ ਰਹੇ ਆ ਤੇ 800 ਤੋਂ ਲੈ ਕੇ 1000 ਰੁਪਏ ਉਹ ਦੇ ਰਹੇ ਆ ਕਿਸਾਨਾਂ ਨੂੰ। ਕੀਮਤ ਉਹਦੀ ਤੈਅ ਹੋਈ 1850। ਹਾਲੇ ਕੋਈ ਕਾਨੂੰਨ ਲਾਗੂ ਨਹੀਂ ਹੋਇਆ। ਉਸ ਸਮੇਂ ਵੀ MSP ਇਸ ਢੰਗ ਦੇ ਨਾਲ ਜਿਹੜੀ ਆ ਉਹਦੀ ਵਾਇਲੇਸ਼ਨ ਜਿਹੜੀ ਕੀਤੀ ਜਾ ਰਹੀ ਹੈ, ਤੇ ਇਸ ਕਰਕੇ MSP ਦਾ ਗਰੰਟੀ ਕਾਨੂੰਨ ਤਾਂ ਬਣਵਾਉਣਾ ਹੀ ਪਏਗਾ। ਬਾਕੀ ਇਹ ਹੁਣ ਕਿਸਾਨ ਲੀਡਰਸ਼ਿਪ ਤੇ ਹੈ, ਤੇ ਜਿਹੜੀ ਸਰਕਾਰ ਦੀ ਨਵੀਂ ਪ੍ਰਪੋਜ਼ਲ ਹੈ ਉਹਦੇ ਕੁਝ ਸੰਕੇਤ ਨਰਿੰਦਰ ਤੋਮਰ ਵੱਲੋਂ ਇਸ ਢੰਗ ਦੇ ਨਾਲ ਆਉਂਦੇ ਦਿਖਾਈ ਦੇ ਰਹੇ ਨੇ। ਜੀ ਕੁਝ ਕਨਸੋਆਂ ਇਸ ਤਰ੍ਹਾਂ ਦੀਆਂ ਜ਼ਰੂਰ ਨੇ, ਜਿਵੇਂ ਦਸਾਂ ਸਾਹਿਬ ਤੁਸੀਂ ਕਿਹਾ ਮੱਕੀ ਦੀ ਕੀਮਤ ਪੂਰੀ ਨਹੀਂ ਮਿਲ ਰਹੀ, ਉਹ 'ਚ ਇੱਕ ਗਰੰਟੀ ਲਈ ਜਾਏਗੀ ਸਰਕਾਰ ਵੱਲੋਂ ਕਿ ਜਿਹੜੀ ਮਿਨੀਮਮ ਕੀਮਤ ਤੈਅ ਕੀਤੀ MSP ਜਿਹਨੂੰ ਅਸੀਂ ਕਹਿ ਰਹੇ ਹਾਂ ਸਪੋਰਟ ਪ੍ਰਾਈਸ, ਉਹਦੇ ਤੋਂ ਘੱਟ ਕੋਈ ਨਹੀਂ ਖਰੀਦ ਸਕੇਗਾ। ਉਸ ਤੋਂ ਵੱਧ ਕੋਈ ਖਰੀਦਦਾ ਹੈ ਤਾਂ ਬੋਲੀ ਦੇ ਕੇ ਖਰੀਦ ਸਕਦਾ ਹੈ, ਪਰ ਘੱਟੋ ਘੱਟ ਉਨੀ ਕੀਮਤ ਕਿਸਾਨ ਨੂੰ ਪੇ ਕਰਨੀ ਪਏਗੀ। ਇਹ ਵੱਡੀ ਮੰਗ ਸੀ ਕਿਸਾਨਾਂ ਦੀ। ਜੇ ਲੀਗਲ ਬਣ ਜਾਂਦੀ ਆ
ਤੇ ਮੰਡੀ ਦਾ ਢਾਂਚਾ ਨਹੀਂ ਤੋੜਿਆ ਜਾਂਦਾ ਤਾਂ ਫਿਰ ਕਾਫੀ ਵੱਡੀ ਪ੍ਰਾਪਤੀ ਹੈ ਜਿਹੜੀ ਇਹ ਮੰਨੀ ਜਾ ਸਕਦੀ ਹੈ ਜੀ। ਦੇਖੋ ਬਿਲਕੁਲ ਲਾਜ਼ਮੀ ਹੈ। ਦੇਖੋ ਜੇ ਮੰਡੀ ਦਾ ਢਾਂਚਾ ਨਾ ਤੋੜਿਆ ਜਾਵੇ ਤੇ ਦੂਜੀ ਗੱਲ ਇਹਨੂੰ ਸਾਰੇ ਦੇਸ਼ 'ਚ ਲਾਗੂ ਕੀਤਾ ਜਾਏ। ਇਹ ਜੀ ਕੇਵਲ ਪੰਜਾਬ ਤੇ ਹਰਿਆਣਾ ਦਾ ਮਸਲਾ ਨਹੀਂ ਹੈ, ਕਿਉਂਕਿ ਅਸਲ 'ਚ ਜਿਹੜੀ ਬਾਕੀ ਮੁਲਕ ਦੇ ਵਿੱਚ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਬਿਹਾਰ 'ਚ ਉਸ ਲੈਵਲ ਦੀ ਐਜੂਕੇਸ਼ਨ ਨਹੀਂ ਹੈ ਜੀ, ਬਾਕੀ ਕੁਝ ਸੂਬਿਆਂ 'ਚ ਉਸ ਲੈਵਲ ਦੀ ਐਜੂਕੇਸ਼ਨ ਨਹੀਂ ਹੈ ਕਿਸਾਨਾਂ ਦੀ, ਜਿਸ ਲੈਵਲ ਦੀ ਐਜੂਕੇਸ਼ਨ ਜਿਹੜੀ ਆ ਪੰਜਾਬ ਤੇ ਹਰਿਆਣੇ 'ਚ ਹੈ, ਤਾਂ ਉਹਦਾ ਕਾਰਨ ਵੀ ਇਹੀ ਹੈ ਕਿਉਂਕਿ ਉਹਨਾਂ ਨੂੰ ਤਾਂ ਬਹੁਤ ਦੇਰ ਪਹਿਲੇ ਮੰਡੀ ਸਿਸਟਮ ਜਿਹੜਾ ਉਹਨਾਂ ਦਾ ਤੋੜ ਦਿੱਤਾ ਗਿਆ। 2006 ਦੇ ਵਿੱਚ ਹੀ ਬਿਹਾਰ 'ਚ ਮੰਡੀਆਂ ਦਾ ਭੋਗ ਪਾ ਦਿੱਤਾ ਗਿਆ ਸੀ। 43,000 ਮੰਡੀਆਂ ਸੀ ਜਿੱਥੇ ਹੁਣ ਉੱਥੇ ਉਹ 12,000 ਮੰਡੀਆਂ ਰਹਿ ਗਈਆਂ ਬਿਹਾਰ ਦੇ ਵਿੱਚ, ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਸਾਡੇ ਨਾਲ ਕੀ ਹੋ ਗਿਆ। ਹੁਣ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਣ ਲੱਗਾ। ਤੇ ਓਵਰਆਲ ਵੀ ਜਿਹੜਾ ਐਮਐਸਪੀ ਜਿਹੜੀ ਮਿਲ ਵੀ ਰਹੀ ਹੈ ਭਾਰਤ ਦੇ ਵਿੱਚ, ਕਣਕ ਤੇ ਝੋਨੇ ਤੇ ਮਿਲ ਰਹੀ ਹੈ, ਬਾਕੀ ਫਸਲਾਂ ਐਮਐਸਪੀ ਦੇ ਵਿੱਚ ਲਿਆਂਦੀਆਂ ਨਹੀਂ ਜਾਂਦੀਆਂ। ਇੱਕ ਤਾਂ ਇਹ ਵੀ ਮੰਗ ਹੈ, ਦੂਜਾ ਇਹ ਵੀ ਮੰਗ ਹੈ ਕਿ 6% ਕਿਸਾਨ ਹੀ ਹੈ ਜਿਨ੍ਹਾਂ ਨੂੰ ਐਮਐਸਪੀ ਮਿਲਦੀ ਹੈ ਸਾਰੇ ਦੇਸ਼ ਦੇ ਵਿੱਚ, ਜਿਸ ਪੰਜਾਬ ਤੇ ਹਰਿਆਣਾ ਪ੍ਰਮੁੱਖ ਹੈ, ਵੀ ਸਾਰੇ ਦੇਸ਼ ਤੇ ਲਾਗੂ ਕਿਉਂ ਨਹੀਂ। ਸੋ ਇਸ ਕਰਕੇ ਜੇ ਕਾਨੂੰਨ ਕਹਿ ਲਓ ਵੀ ਉਹਨੂੰ ਰੱਦ ਕਰਕੇ ਜਿਹੜਾ ਨਵਾਂ ਲਿਆਂਦਾ ਜਾ ਰਿਹਾ, ਤੇ ਨਵਾਂ ਕਾਨੂੰਨ ਇਸ ਸ਼ਕਲ ਦੇ ਵਿੱਚ ਆਵੇ ਜਿਹੜਾ ਗਰੰਟੀ ਵਾਲਾ ਕਾਨੂੰਨ ਹੋਏਗਾ, ਵੀ ਉਹ ਸਾਰੇ ਦੇਸ਼ ਦੇ ਵਿੱਚ ਇਕਸਾਰ ਲਾਗੂ ਹੋਵੇ। ਇੱਕ ਪਾਸੇ ਭਾਰਤ ਨੂੰ ਇੱਕ ਰੰਗਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ। ਹਰ ਗੱਲ 'ਚ ਇੱਕ ਗੱਲ ਕੀਤੀ ਜਾ ਰਹੀ ਹੈ ਵੀ ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਪਹਿਰਾਵਾ, ਇੱਕ ਦੇਸ਼ ਇੱਕ ਖਾਣਾ, ਇੱਕ ਦੇਸ਼ ਜਿਹੜਾ ਇੱਕ ਧਰਮ, ਤੇ ਇੱਕ ਦੇਸ਼ ਇੱਕ ਟੈਕਸ। ਤੇ ਫਿਰ ਜਦੋਂ ਪ੍ਰੈਕਟਿਸ ਤੁਸੀਂ ਦੇਖਦੇ ਆ ਤੇ ਇੱਕ ਦੇਸ਼ ਇੱਕ ਦਵਾਈ ਨਹੀਂ ਹੁੰਦੀ। ਇੱਕ ਦੇਸ਼ ਦੇ ਵਿੱਚ ਇੱਕ ਦਵਾਈ ਦੀ ਤਿੰਨ ਤਿੰਨ ਜਿਹੜੀਆਂ ਕੀਮਤਾਂ ਤੈਅ ਹੋ ਰਹੀਆਂ। ਇੱਕ ਦੇਸ਼ ਦੇ ਵਿੱਚ ਜਿਹੜਾ ਆ ਉਹ ਕਹਿ ਲਓ ਵੀ ਨੀਤੀ ਨਹੀਂ ਲਾਗੂ ਹੁੰਦੀ ਐਮਐਸਪੀ ਦੀ। ਇੱਕ ਦੇਸ਼ ਇੱਕ ਨੀਤੀ ਨਹੀਂ ਹੈ ਐਮਐਸਪੀ ਦੀ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪ੍ਰੈਕਟਿਸ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਲੋੜ ਹੈਗੀ ਆ ਇੱਕ ਦੇਸ਼ ਇੱਕ ਨੀਤੀ ਦੀ, ਉੱਤੇ ਜ਼ਿਆਦਾ ਜ਼ੋਰ ਦੇਣ ਦੀ ਜ਼ਰੂਰਤ ਹੈ। ਹੁਣ ਅਸੀਂ ਦੇਖਿਆ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਮਤਲਬ ਸਟੇਟ ਗਵਰਨਮੈਂਟਸ ਦੇ ਨਾਲ ਵਿਹਾਰ ਰਿਹਾ ਨਰਿੰਦਰ ਮੋਦੀ ਦੀ ਸਰਕਾਰ ਦਾ, ਉਹਦੇ 'ਚ ਨਵੀਂ ਗੱਲ ਹੀ ਅੱਜ ਆਪਾਂ ਦੇਖੀ ਹੈ ਕਿ ਨਰਿੰਦਰ ਮੋਦੀ ਨੇ ਕਿਹਾ ਵੀ ਹਾਂ ਠੀਕ ਹੈ ਕਿ ਸੂਬਿਆਂ ਤੇ ਕਿਸੇ ਕਿਸਮ ਦਾ ਅਸੀਂ ਭਾਰ ਨਹੀਂ ਪਾਉਣਾ। ਉਹ ਇੱਕ ਪ੍ਰੈਸ਼ਰ 'ਚੋਂ ਨਿਕਲਿਆ ਨਾ, ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਜਿਹੜਾ 5 ਸੂਬਿਆਂ ਦੀ ਵਿਧਾਨ ਸਭਾ ਦਾ ਸਮਾਂ 2022 ਵਾਲਾ, ਉਹ ਬਹੁਤ ਅਹਿਮ ਹੈ। ਤੇ ਇਸ ਕਰਕੇ ਉਹ ਟੈਂਪਰੇਰੀ ਜਿਹੜਾ ਕੁਝ ਨਾ ਕੁਝ ਇੱਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਜਿਵੇਂ ਇਹ ਦਿਖਾਈ ਦਵੇ ਲੋਕਾਂ ਨੂੰ ਵੀ ਲਓ ਜੀ ਸਾਰਾ ਭਾਰਤ ਤਾਂ ਭਾਰਤ ਸਰਕਾਰ ਨੇ ਚੁੱਕ ਲਿਆ। ਇੱਦਾਂ ਕਿਸਾਨਾਂ ਲਈ ਵੀ ਕਰਨਾ ਪਏਗਾ, ਭਾਵੇਂ ਹਾਲ ਫਿਲਹਾਲ ਵੋਟਾਂ ਦੀ ਭਾਸ਼ਾ ਸਮਝਦਾ ਕਰਨਾ ਪਵੇ, ਪਰ ਜਿਹੜਾ ਕਿਸਾਨਾਂ ਲਈ ਕਰਨਾ ਕੀਤਾ ਜਾਏਗਾ ਤੇ ਉਹ ਸਥਾਈ ਹੋਏਗਾ, ਕਿਉਂਕਿ ਉਹ ਟੈਂਪਰੇਰੀ ਨਹੀਂ ਹੋ ਸਕਦਾ। ਉਹ ਕਾਨੂੰਨ ਰੱਦ ਕਰਵਾਏ ਜਾਣਗੇ ਤੇ ਨਵੇਂ ਕਾਨੂੰਨ ਜਿਹੜੇ ਐਮਐਸਪੀ ਤੇ ਬਣਾਏ ਜਾਣਗੇ। ਇਹ ਪਤਾ ਨਹੀਂ ਦਸਾਂਝ ਸਾਹਿਬ ਇਸੇ ਲੜੀ ਦਾ ਹਿੱਸਾ ਹੋਵੇ ਜਾਂ ਵੱਖਰੇ ਤੌਰ ਤੇ ਗੱਲ ਨੂੰ ਲਿਆ ਜਾਏਗਾ ਕਿ ਜਿਹੜਾ ਨੀਤੀ ਆਯੋਗ ਹੈ ਭਾਰਤ ਸਰਕਾਰ ਦਾ, ਉਹਦੇ ਜਿਹੜੇ ਖੇਤੀਬਾੜੀ ਦੇ ਮੈਂਬਰ ਨੇ ਰਮੇਸ਼ ਚੰਦਨੀ, ਉਹਨਾਂ ਦਾ ਵੀ ਇੱਕ ਬਿਆਨ ਆਇਆ ਹੈ ਕਿ ਜਿਹੜਾ ਦਾਲਾਂ ਨੇ ਖਾਸ ਕਰਕੇ ਇਹਨਾਂ ਦੇ ਉੱਤੇ ਸਰਕਾਰ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਇੱਕ ਨੀਤੀ ਜਿਹੜੀ ਆ ਉਹ ਅਮਲੀ ਤੌਰ ਤੇ ਬਣਾਉਣ ਦੀ ਫੌਰੀ ਲੋੜ ਹੈ। ਤੇ ਦੂਜੇ ਪਾਸੇ ਇੱਕ ਮੈਂ ਤੁਹਾਡੇ ਕੋਲ ਸਵਾਲ ਇਹਦੇ ਨਾਲ ਜੁੜਦਾ ਪੁੱਛਣਾ ਚਾਹੁੰਦਾ ਆ ਕਿ ਫੂਡ ਜਿਹੜਾ ਆ ਉਹ ਸਭ ਤੋਂ ਪਹਿਲੀ ਲੋੜ ਹੈ ਮੇਰੇ ਖਿਆਲ। ਰੋਟੀ ਪਹਿਲਾਂ ਕਹਿੰਦੇ ਆ ਤੇ ਕੱਪੜਾ ਮਕਾਨ ਬਾਅਦ ਚ ਕਹਿੰਦੇ ਆ, ਉਹਨਾਂ ਦੀ ਪ੍ਰਾਇੋਰਟੀ ਦੂਜੇ ਤੀਜੇ ਨੰਬਰ ਦੀ ਆ, ਪਹਿਲੇ ਨੰਬਰ ਦੀ ਸਾਡੀ ਮੁੱਖ ਲੋੜ ਜਿਹੜੀ ਆ ਉਹ ਫੂਡ ਹੈ, ਖੁਰਾਕ ਹੈ। ਤੇ ਭਾਰਤ ਨੂੰ ਖੇਤੀ ਪ੍ਰਧਾਨ ਮੁਲਕ ਮੰਨਿਆ ਜਾਂਦਾ ਆ ਤੇ 70-75% ਇਹਦੇ ਤੇ ਆਸਰਤ ਵੀ ਆਪਾਂ ਮੰਨਦੇ ਆ, ਖੇਤੀ ਨਾਲ ਸਿੱਧੇ ਸਿੱਧੇ ਤੌਰ ਤੇ ਜੁੜੇ। ਪਰ ਜਿਹੜੀ ਭਾਰਤ ਦੀ ਟੋਟਲ ਜੀਡੀਪੀ ਆ ਉਹਦੇ ਵਿੱਚ ਇਸ ਉਦਯੋਗ ਦਾ ਜਿਹੜਾ ਬੜਾ ਨਿਗੁਣਾ ਹਿੱਸਾ ਆ 2.5-3%। ਤੇ ਹੁਣ ਜਿਹੜੇ ਰਮੇਸ਼ ਚੰਦਨੀ ਆ ਉਹਨਾਂ ਇਹ ਵੀ ਕਿਹਾ ਆ ਕਿ ਜਿਹੜੀ ਕਰੋਨਾ ਦੀ ਸੈਕੰਡ ਵੇਵ ਆ ਇਹਦੇ ਨਾਲ ਸਾਡੇ ਖੇਤੀ ਉਦਯੋਗ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਤੇ ਸਾਡੀ ਜਿਹੜੀ ਜੀਡੀਪੀ 'ਚ ਹਿੱਸਾ ਆ 3% ਦੇ ਕਰੀਬ ਖੇਤੀ ਦਾ ਉਹ ਬਣਿਆ ਰਹੇਗਾ। ਸੋ ਇਹ ਕੀ ਕਾਰਨ ਆ ਕਿ ਇਹ ਇੰਨਾ ਵੱਡਾ ਮੁਲਕ ਹੈ, ਖੇਤੀ 'ਤੇ ਆਧਾਰਿਤ ਹੈ, ਤੇ ਖੇਤੀ ਦਾ ਹਿੱਸਾ ਜਿਹੜਾ ਸਿਰਫ 3% ਹੈ ਜੀਡੀਪੀ ਦੇ ਵਿੱਚ, ਉਹਦਾ ਕੀ ਕਾਰਨ ਤੁਸੀਂ ਦੇਖਦੇ ਹੋ? ਇਹਦੇ 'ਚ ਸਿੱਧੇ ਤੌਰ ਤੇ ਪਹਿਲੀ ਗੱਲ ਤਾਂ ਇਹ ਆ ਵੀ ਦੇਖੋ ਆਹ ਜਿਹੜਾ ਦੌਰ ਰਿਹਾ ਕਰੋਨਾ ਮਹਾਮਾਰੀ ਦਾ, ਇਹਦੇ 'ਚ ਜੀਡੀਪੀ ਜਿਹੜੀ ਆ ਜਿਵੇਂ ਮਾਈਨਸ 'ਚ ਗਈ ਆ, ਤੇ ਉਹਦੇ 'ਚ ਇੱਕੋ ਇੱਕ ਸੈਕਟਰ ਹੈ ਜਿਹੜਾ ਜਿਹਨੇ ਗਰੋ ਕੀਤਾ ਪਿਛਲੇ ਸਾਲ ਵੀ ਤੇ ਇਸ ਸਾਲ ਵੀ, ਉਹ ਐਗਰੀਕਲਚਰ ਸੈਕਟਰ ਹੈ ਜਿਹੜੀ ਗਰੋ ਕਰਨ ਦੀ ਜਿਹੜੀ ਦਰ ਹੈ 4% ਤੋਂ ਜ਼ਿਆਦਾ ਰਹੀ ਹੈ। ਤੇ ਇੱਕ ਗੱਲ ਤਾਂ ਇਹ ਸਾਬਤ ਹੋ ਗਈ ਹੈ ਕਿ ਸਾਰੇ ਸੰਕਟ ਦੇ ਬਾਵਜੂਦ ਵੀ ਜਿਹੜਾ ਐਗਰੀਕਲਚਰ ਸੈਕਟਰ ਹੈ ਉਹ ਮੁਲਕ ਦੇ ਵਿੱਚ ਜਿਹੜਾ ਆ ਪੋਜ਼ਿਟਿਵਲੀ ਰੋਲ ਅਦਾ ਕੀਤਾ। ਤੇ ਇਸੇ ਕਰਕੇ ਐਗਰੀਕਲਚਰ ਸੈਕਟਰ ਦੇ ਉੱਤੇ ਜਿਹੜੀ ਕਾਰਪੋਰੇਟ ਵਰਲਡ ਦੀ ਨਜ਼ਰ ਹੈ
ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੇ ਤੇ ਮਤਲਬ ਸਾਰੀ ਸਾਰੀ ਦੁਨੀਆ ਦੇ ਉੱਤੇ ਜਿਹੜਾ ਇੱਕ ਕੇਂਦਰ ਬਣਿਆ ਜਾਂ ਸੈਂਟਰ ਬਣਿਆ ਰਿਹਾ ਸਾਰੀ ਦੁਨੀਆ ਤੇ, ਉਹ ਤੇਲ ਰਿਹਾ। ਮਤਲਬ ਕੱਚਾ ਤੇਲ ਜਿਹੜਾ ਆ ਉਹਦੇ ਤੇ ਸਾਰੀ ਦੁਨੀਆ ਦੀ ਰਾਜਨੀਤੀ ਜਿਹੜੀ ਘੁੰਮਦੀ ਰਹੀ ਆ, ਉਹਦੇ ਤੇ ਲੜਾਈਆਂ ਰਹੀਆਂ। ਤੋ 2050 ਦੇ ਨੇੜੇ ਤੇੜੇ ਜਾਂ 2040 ਦੇ ਨੇੜੇ ਤੇੜੇ ਜਿਹੜਾ ਆ ਉਹ ਤੇਲ ਦਾ ਲਗਭਗ ਭੋਗ ਪੈਣ ਵਾਲਾ, ਤੇਲ ਖਤਮ ਹੋ ਜਾਣਾ ਹੈ। ਫਿਰ ਨਵਾਂ ਕਿਹੜਾ ਏਰੀਆ ਹੈ ਜਿੱਥੇ ਕਾਰਪੋਰੇਟ ਵਰਲਡ ਦੀ ਅੱਖ ਹੈ? ਉਹ ਐਗਰੀਕਲਚਰ ਜਿਹੜੀ ਲੈਂਡ ਆ ਉਹ ਹੈ। ਉਹਨੂੰ ਪਤਾ ਕਿ ਇਹ ਘਾਟੇ ਦਾ ਸੌਦਾ ਨਹੀਂ ਹੈ ਤੇ ਮੁਨਾਫਾ ਕਿਸ ਢੰਗ ਨਾਲ ਲੈਣਾ, ਕਿਵੇਂ ਲੈਣਾ, ਉਹਦਾ ਕਿੰਨਾ ਪਰਸੈਂਟ ਜਿਹੜਾ ਉਹਨੂੰ ਗਰੋ ਕਰਨਾ ਆ। ਇਹ ਫਿਰ ਉਹਨਾਂ ਦੀ ਜਿਹੜੀ ਜਿਸ ਢੰਗ ਦੀ ਜਿਹੜੀ ਵਿਉਂਤਬੰਦੀ ਹੋਏਗੀ ਉਹਦੇ ਮੁਤਾਬਕ ਹੀ ਉਹ ਚੱਲਣਗੇ। ਹਾਲ ਫਿਲਹਾਲ ਜਿਹੜਾ ਗਰੋ ਕਰ ਰਿਹਾ ਐਗਰੀਕਲਚਰ ਸੈਕਟਰ, ਉਹ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਕੀਤਾ ਉਹਨੇ ਗਰੋ। ਤੇ ਜਿਹੜਾ ਗਰੋ ਕਰ ਰਿਹਾ ਐਗਰੀਕਲਚਰ ਸੈਕਟਰ, ਉਹਦੇ ਚ ਆਮ ਕਿਸਾਨ ਦੀ ਕੋਈ ਪ੍ਰਗਤੀ ਨਹੀਂ ਹੈ। ਜਿਹੜਾ ਕਿਰਤ ਕਰਦਾ ਹੈ, ਜਿਹੜਾ ਆਪਣੇ ਖੇਤ ਦੇ ਵਿੱਚ ਕਿਰਤ ਕਰਦਾ ਕਿਸਾਨ, ਉਹ ਜਿਹੜਾ ਗਰੋ ਕਰ ਰਿਹਾ ਸੈਕਟਰ, ਉਹ ਗਰੋ ਕਰਨ ਚ ਉਹਦੀ ਆਪਣੀ ਜਿਹੜੀ ਕਹਿ ਲਓ ਵੀ ਉਸ ਕਿਸਾਨ ਦੀ ਆਰਥਿਕ ਹਾਲ ਹੈ, ਉਹਦੇ ਚ ਸੁਧਾਰ ਨਹੀਂ ਹੈ। ਓਵਰਆਲ ਜਿਹੜਾ ਸੁਧਾਰ ਜਿਹੜਾ ਆ, ਉਹ ਜਿਹੜੇ ਕਹਿ ਲਓ ਵੀ ਮੁਨਾਫਾ ਹੋ ਰਿਹਾ, ਉਹ ਢੰਗ ਦੇ ਨਾਲ ਉਹਦੇ ਚੋਂ ਲਾਭ ਜਿਹੜਾ ਖੱਟਦੇ ਆ। ਤੇ ਕਿਉਂਕਿ ਜਿਹੜਾ ਆਮ ਕਿਸਾਨ ਹੈ ਉਹਨੂੰ ਤਾਂ ਲਾਗਤ ਦੇ ਮੁਤਾਬਕ ਜਿਹੜੀ ਆ ਉਹਦੀ ਜਿਣਸ ਦੇ ਭਾਅ ਨਹੀਂ ਮਿਲਦੇ। ਸੋ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਆਉਣ ਵਾਲਾ ਸਮਾਂ ਜਿਹੜਾ ਆ ਉਹ ਥੋੜਾ ਜ਼ਿਆਦਾ ਹੋਰ ਸਟਰਗਲਿੰਗ ਹੋਣਾ ਆ। ਭਾਵੇਂ ਹਾਲ ਫਿਲਹਾਲ ਤਾਂ ਲੜਾਈ 3 ਖੇਤੀ ਕਾਨੂੰਨਾਂ ਦੇ ਆਲੇ ਦੁਆਲੇ ਬੁਣੀ ਗਈ ਹੈ, ਪਰ ਹਾਲੇ ਇਸ ਲੜਾਈ ਨੇ ਹੋਰ ਰੂਪ ਵੀ ਅਖਤਿਆਰ ਕਰਨੇ ਆ। ਇਹ ਹਾਲੇ ਬਿਲਕੁਲ ਕਹਿ ਲਓ ਵੀ ਇੱਕ ਪੜਾਅ ਦੀ ਲੜਾਈ ਹੈ ਕਿਸਾਨ ਅੰਦੋਲਨ ਜਿਹੜਾ ਆ, ਤੇ ਅਗਲੇ ਪੜਾਅ ਦੇ ਵਿੱਚ ਸ਼ਾਇਦ ਹੋਰ ਜ਼ਿਆਦਾ ਤਿੱਖੀਆਂ ਲੜਾਈਆਂ ਲੜਨੀਆਂ ਪੈਣੀਆਂ, ਕਿਉਂਕਿ ਬਾਰ-ਬਾਰ ਕਾਰਪੋਰੇਟ ਜਗਤ ਨੇ ਜਿਹੜਾ ਆ ਆਪਣੀ ਜਿਹੜਾ ਐਗਰੀਕਲਚਰ ਲੈਂਡ ਆ ਉਹਦੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਬਜ਼ਾ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਹੈ। ਇਹਨਾਂ ਸਥਿਤੀਆਂ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ। ਬਾਕੀ ਕੁਝ ਹੋਰ ਮੈਂ ਕੋਈ ਬਹੁਤ ਆਰਥਿਕ ਮਾਹਰ ਨਹੀਂ ਹੈਗਾ ਵੀ ਮੇਰੇ ਕੋਲ ਕੋਈ ਹੋਰ ਜਿਹੜੀਆਂ ਇੱਦਾਂ ਦੀਆਂ ਗੱਲਾਂ ਹੋਣ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਸਕਾਂ। ਹਾਂ, ਇਹ ਜ਼ਰੂਰ ਹੈ ਵੀ ਆਉਂਦੇ ਦਿਨਾਂ 'ਚ ਇਹਦੇ ਬਾਰੇ ਹੋਰ ਥੋੜ੍ਹੀ ਬਹੁਤ ਸਟੱਡੀ ਲਾਜ਼ਮੀ ਤੌਰ 'ਤੇ ਆਪਾਂ ਕਰਾਂਗੇ ਤੇ ਦੇਖਾਂਗੇ ਵੀ ਕਿਹੜੇ ਹੋਰ ਕਾਰਨ ਹੋ ਸਕਦੇ ਆ ਵੀ GDP ਦੇ ਵਿੱਚ, ਜੇ ਸੱਚਮੁੱਚ ਐਡਾ ਅਹਿਮ ਸਾਡਾ ਸੈਕਟਰ ਹੈ, ਅਸੀਂ ਕਹਿੰਦੇ ਹਾਂ 60 ਤੋਂ 70% ਜਿਹੜੇ ਲੋਕ ਖੇਤੀ ਦੇ ਆਸਰੇ ਜਿਹੜੇ ਆ ਜਾਂ ਕਿਸੇ ਨਾ ਕਿਸੇ ਰੂਪ 'ਚ ਇਹਨਾਂ ਜੁੜੇ ਹੋਏ ਆ, ਜਿਹਦੇ ਕਰਕੇ ਅਸੀਂ ਜਿਉ ਰਹੇ ਆ, ਤਾਂ ਫਿਰ ਜਿਹੜਾ GDP ਉਹਦੇ ਵਿੱਚ ਇਹਦਾ ਹਿੱਸਾ ਮਾਈਨਰ ਕਿਉਂ ਆ? ਉਹ ਬਹੁਤ ਵੱਡਾ ਹਿੱਸਾ ਕਿਉਂ ਨਹੀਂ ਸਾਨੂੰ ਇਹਦੇ 'ਚ ਦਿਖਾਈ ਦੇ ਰਿਹਾ? ਇਹਦੇ ਕਿਹੜੇ ਹੋਰ ਕਾਰਨ ਹੈ? ਇਹ ਕਾਰਨ ਵੀ ਆਪਾਂ ਆਉਂਦੇ ਦਿਨਾਂ 'ਚ ਤੁਹਾਡੇ ਨਾਲ ਸਾਂਝੇ ਕਰਾਂਗੇ। ਬਜ਼ੁਰਗ ਅਰਥ ਸ਼ਾਸਤਰੀ ਨੇ ਜੀ, ਪੰਜਾਬ ਦੇ ਬੜੀ ਉਹਨਾਂ ਨੂੰ ਇੱਜ਼ਤ ਵੀ ਮਿਲੀ ਆ ਸਰਕਾਰਾਂ ਵੱਲੋਂ ਵੀ, ਤੇ ਲੋਕ ਵੀ ਉਹਨਾਂ ਦੀ ਕਦਰ ਕਰਦੇ ਸੀ। ਇਸ ਮੂਵਮੈਂਟ 'ਚੋਂ ਥੋੜ੍ਹੇ ਜਿਹੇ ਥਿਲਕ ਗਏ ਸੀਗੇ, ਇਸ ਕਰਕੇ ਥੋੜ੍ਹਾ ਜਿਹਾ ਨਾਰਾਜ਼ਗੀ ਵੀ ਉਹਨਾਂ ਨਾਲ ਲੋਕਾਂ ਦੀ ਹੋਈ। ਪਰ ਉਹਨਾਂ ਦੀਆਂ ਕਈ ਗੱਲਾਂ 'ਚ ਸੱਚਾਈ ਨਜ਼ਰ ਆਉਂਦੀ ਆ। ਉਹਨਾਂ ਨੇ ਇੱਕ ਫੇਰ ਪੰਜਾਬ ਦੇ ਵੱਡੇ ਅਖਬਾਰ ਨੂੰ ਇੰਟਰਵਿਊ ਦਿੰਦਿਆਂ ਕਿਹਾ ਆ ਕਿ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ, ਪਿਛਲੇ 60 ਸਾਲਾਂ ਤੋਂ ਖੇਤੀ ਦੇ ਉੱਤੇ ਉਹਨਾਂ ਕੰਮ ਕੀਤਾ ਆ ਤੇ ਉਹਨਾਂ ਦਾ ਆਪਣਾ ਤਜਰਬਾ ਆ। ਉਹ ਕਹਿੰਦੇ ਆ ਕਿ ਅਸੀਂ ਮੂਵਮੈਂਟ ਨੂੰ ਜਿੱਤ ਵੀ ਲਈਏ, ਕੁਝ ਵੀ ਕਰ ਲਈਏ, ਪਰ ਜੇਕਰ ਅਸੀਂ ਝੋਨੇ ਵਾਲੇ ਚੱਕਰ 'ਚੋਂ ਬਾਹਰ ਨਹੀਂ ਆਉਂਦੇ, ਕਣਕ ਤੇ ਝੋਨਾ ਹੀ ਸਾਡੀਆਂ ਮੁੱਖ ਫਸਲਾਂ ਰਹਿੰਦੀਆਂ ਨੇ ਜਿਹਦੀ ਲੋੜ ਨਹੀਂ ਆ, ਤੇ ਕਿਸਾਨ ਦੀ ਹਾਲਤ ਨਹੀਂ ਸੁਧਾਰੀ ਜਾ ਸਕਦੀ। ਉਹ ਇਹ ਵੀ ਕਹਿੰਦੇ ਨੇ ਕਿ ਜਿੰਨਾ ਰਕਬਾ ਅਸੀਂ ਖੇਤੀ ਦੇ ਵਿੱਚ ਆ ਝੋਨੇ ਦੇ ਥੱਲੇ ਲੈ ਆਂਦਾ, ਤੇ ਜਿਹੜਾ ਅਸੀਂ ਝੋਨਾ ਵੇਚ ਰਹੇ ਹਾਂ ਬਾਹਰਲੇ ਮੁਲਕਾਂ ਨੂੰ, ਉਹ ਝੋਨਾ ਨਹੀਂ ਵੇਚ ਰਹੇ, ਪਾਣੀ ਦੀਆਂ ਪੰਡਾਂ, ਆਪਣਾ ਜਿਹੜਾ ਪਾਣੀ ਆ ਕੀਮਤੀ, ਉਹ ਅਸੀਂ ਪੰਡਾਂ ਬੰਨ ਕੇ ਬਾਹਰ ਸੁੱਟ ਰਹੇ ਹਾਂ। ਤੇ ਹੁਣ ਸਾਨੂੰ ਤੇਲ ਬੀਜਾਂ ਤੇ ਦਾਲਾਂ ਵਾਲੇ ਪਾਸੇ ਮੁੜਨਾ ਪਏਗਾ। ਪਰ ਇਹਦੇ ਲਈ ਕਿਸਾਨ ਆਪਣੇ ਆਪ ਸੌਖਿਆਂ ਹੀ ਮੈਨੂੰ ਨਹੀਂ ਲੱਗਦਾ ਕਿ ਮੁੜ ਪਾਵੇ, ਜੇ ਕੋਈ ਨੀਤੀ ਸਰਕਾਰ ਪੱਕੀ ਤੈਅ ਨਹੀਂ ਕਰਦੀ। ਕਿਤੇ ਨਾ ਕਿਤੇ ਜਾਬਤਾ ਵੀ ਲਾਉਣਾ ਪੈ ਸਕਦਾ ਆ ਕਿ ਫਲਾਂ ਏਰੀਆ, ਜਿੱਦਾਂ ਇਹਨਾਂ ਨੇ ਪਹਿਲਾਂ ਜ਼ੋਨ ਬਣਾਏ ਸੀ, ਸ਼ਾਇਦ 13 ਜ਼ੋਨ ਬਣਾਏ ਸੀਗੇ, ਕੁਝ ਬਲੌਕ ਇਹਨਾਂ ਛੱਡੇ ਸੀ ਜਿੱਥੇ ਪਾਣੀ ਦੀ ਵੱਡੀ ਕਿੱਲਤ ਸੀ ਵੀ ਉੱਥੇ ਝੋਨਾ ਨਾ ਲਾਇਆ ਜਾਵੇ। ਔਰ ਜਿਹੜਾ ਬਾਸਮਤੀ ਵੀ ਆ, ਕੁਝ ਖਾਸ ਏਰੀਏ ਨੇ ਜਿੱਥੇ ਬਾਸਮਤੀ ਜਿਹੜੀ ਆ ਉਹ ਵਧੀਆ ਕਿਸਮ ਦੀ ਬਾਸਮਤੀ ਹੁੰਦੀ ਆ, ਕੁਝ ਏਰੀਏ ਦੇ ਵਿੱਚ ਉਹ ਨਹੀਂ ਵੀ ਹੁੰਦੀ। ਸੋ ਇੱਦਾਂ ਦੇ ਜਿਹੜੇ ਐਕਸਪਰਟ ਨੇ, ਇਕੱਲੇ ਸਰਦਾਰਾ ਸਿੰਘ ਰੀਨੀ, ਹੋਰ ਵੀ ਹੋਣਗੇ, ਖੇਤੀ ਯੂਨੀਵਰਸਿਟੀ 'ਚ ਬਹੁਤ ਸਾਰੇ ਬੈਠੇ ਨੇ ਵਿਗਿਆਨੀ, ਉਹਨਾਂ ਦੀ ਸਹਾਇਤਾ ਲੈ ਕੇ ਕਿਸਾਨੀ ਨੂੰ ਬਾਹਰ ਕੱਢਣ ਲਈ ਕਿਸਾਨ ਯੂਨੀਅਨ ਜਿਹੜੀਆਂ ਨੇ, ਇਹਨਾਂ ਨੂੰ ਵੀ ਆਪਣੇ ਲੈਵਲ 'ਤੇ ਕਦਮ ਜ਼ਰੂਰ ਚੁੱਕਣੇ ਚਾਹੀਦੇ ਆ। ਆਪਾਂ ਨੂੰ ਇਹ ਜਿੱਦ ਨਹੀਂ ਰੱਖਣੀ ਚਾਹੀਦੀ ਕਿ ਅਸੀਂ ਜ਼ਰੂਰ ਝੋਨਾ ਹੀ ਬੀਜਾਂਗੇ। ਇੱਦਾਂ ਲੱਗਦਾ ਹੈ ਕਿ ਜਿਵੇਂ ਇੱਕ ਸੌਖਾ ਰਾਹ ਜਿਹਾ ਲੱਭ ਗਿਆ ਕਿ ਇੱਕ ਵਾਰੀ ਫਸਲਾਂ ਬੀਜ ਲਓ, ਭਾਵੇਂ ਉੱਤੇ ਮਿਹਨਤ ਕਰਨੀ ਪੈਂਦੀ ਹੈ, 'ਚ ਕੋਈ ਸ਼ੱਕ ਨਹੀਂ ਆ ਵੀ ਪਾਣੀ ਲਾਓ ਤੇ ਮੁੜ ਕੇ 3 ਮਹੀਨਿਆਂ ਬਾਅਦ ਪੱਕ ਗਈ, ਤੇ ਇਹਦੀ ਰਾਖੀ ਪੋਖੀ ਦਾ ਕੋਈ ਬਹੁਤਾ ਜ਼ਿਆਦਾ ਆਪਾਂ ਨੂੰ ਨਹੀਂ ਖੇਚਲ ਕਰਨੀ ਪੈਂਦੀ।
ਜਿਸ ਤਰ੍ਹਾਂ ਦੀ ਖੇਤੀਬਾੜੀ ਪਹਿਲਾਂ ਹੁੰਦੀ ਸੀ ਉਹਦੀ ਨੁਹਾਰ ਬਦਲ ਗਈ ਆ। ਕਿਸਾਨ ਇੱਕ ਵਾਰੀ ਬੀਜੀ ਫਸਲ ਤੇ ਵਿਹਲਾ ਹੋ ਗਿਆ, ਕਾਮੇ ਨੇ ਪਾਣੀ ਲਾ ਛੱਡਿਆ ਤੇ ਕੋਈ ਬਹੁਤਾ ਮਤਲਬ ਉਹ 'ਚ ਤਰੱਦਦ ਕਰਨ ਦੀ ਲੋੜ ਨਹੀਂ ਪੈਂਦੀ। ਸੋ ਕਿਸਾਨਾਂ ਨੂੰ ਵੀ ਜਿਹੜੀਆਂ ਯੂਨੀਅਨ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਮੋੜਨਾ ਪਏਗਾ। ਇਹ ਪੰਜਾਬ ਦੇ ਹਿੱਤ 'ਚ ਵੀ ਆ, ਕਿਸਾਨੀ ਦੇ ਹਿੱਤ ਵਿੱਚ ਵੀ ਆ। ਔਰ ਜੇਕਰ ਅਸੀਂ ਇਸ ਗੱਲ 'ਤੇ ਅੜੇ ਰਹੇ ਕਿ ਅਸੀਂ ਝੋਨਾ ਹੀ ਬੀਜਾਂਗੇ ਔਰ ਜ਼ਬਰਦਸਤੀ ਤੁਸੀਂ ਸਾਡੇ ਕੋਲ ਖਰੀਦੋ ਵੀ ਜ਼ਰੂਰ, ਤੇ ਇਹ ਮੈਨੂੰ ਲੱਗਦਾ ਹੈ ਕਿ ਸੰਭਵ ਹੋਣਾ ਨਹੀਂ। ਸਰਕਾਰ ਭਾਵੇਂ ਮੋਦੀ ਦੀ ਆ ਜਾਏ, ਭਾਵੇਂ ਕੋਈ ਹੋਰ ਆ ਜਾਏ। ਦੇਖੋ ਗੱਲ ਇਹ ਆ ਹਰਜੀਤ ਗਿੱਲ ਜੀ, ਮੈਂ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਬੜੀ ਕਦਰ ਕਰਦੇ ਹਾਂ ਸਰਦਾਰ ਸਿੰਘ ਜੌਹਲ ਹੋਰਾਂ ਦੀ, ਗੱਲ ਕਰ ਲੈਣੀ ਹੋਰ ਹੁੰਦੀ ਹੈ। ਬੜਾ ਸੌਖਾ ਜਿਹਾ ਹੁੰਦਾ ਵੀ ਕਿਸਾਨ ਜਿਹੜਾ ਝੋਨੇ ਦੇ ਚੱਕਰ ਚੋਂ ਬਾਹਰ ਆ ਜਾਏ, ਔਰ ਰਿਐਲਿਟੀ ਵੀ ਤਾਂ ਦਿਖਣੀ ਚਾਹੀਦੀ ਹੈ। ਕਿਸਾਨ ਜਥੇਬੰਦੀਆਂ ਇਹਦੇ 'ਚ ਕੀ ਕਰਨਗੀਆਂ ਜੇ ਸਰਕਾਰ ਦੇ ਕੋਲ ਪਾਲਿਸੀ ਕੋਈ ਨਹੀਂ ਹੈ। ਸਰਕਾਰ ਇਹ ਸਾਰਾ ਜਿਹੜਾ ਦਾਰੋਮਦਾਰ ਸਰਕਾਰ ਤੇ ਆ, ਚਾਹੁੰਦੀ ਕੀ ਹੈ? ਸਰਕਾਰ ਨਹੀਂ ਚਾਹੁੰਦੀ ਕਿ ਵੀ ਇਹ ਲੋਕ ਜਿਹੜੇ ਇਸ ਚੱਕਰ ਚੋਂ ਬਾਹਰ ਆਉਣ। ਜੇ ਸਰਕਾਰ ਚਾਹੁੰਦੀ ਹੁੰਦੀ ਤਾਂ ਅਸੀਂ ਹੁਣੇ ਗੱਲ ਕੀਤੀ ਹੈ, ਐਮਐਸਪੀ ਜਿਹੜੀ 1850 ਰੁਪਏ ਦੇਣ ਦੇ ਬਾਵਜੂਦ ਵੀ ਮੱਕੀ ਜਿਹੜੀ ਅਸੀਂ 800 ਰੁਪਏ 'ਚ ਵੇਚਣ ਨੂੰ ਮਜਬੂਰ ਹੈ। ਜਦ ਤੁਹਾਡੇ ਕੋਲ ਮੰਡੀ ਹੈ ਨਹੀਂ, 23 ਫਸਲਾਂ ਦੇ ਵਿੱਚ 2 ਜਾਂ 3 ਫਸਲਾਂ ਤੁਸੀਂ ਐਮਐਸਪੀ ਦੇ ਅੰਡਰ ਲੈ ਕੇ ਆਉਂਦੇ ਹੋ, ਕਣਕ ਤੇ ਝੋਨਾ ਲੈ ਕੇ ਆਉਂਦੇ ਹੋ। ਜਿਹੜੀਆਂ ਬਾਕੀ ਜਿਹੜੀ ਅਲਟਰਨੇਟ ਜਿਹੜੀਆਂ ਫਸਲਾਂ ਹੈਗੀਆਂ ਜਾਂ ਜਿਹਨੂੰ ਕੈਸ਼ ਕ੍ਰੌਪਸ ਆਪਾਂ ਕਹਿ ਦਿੰਦੇ, ਉਹਨਾਂ ਦੀ ਮੰਡੀ ਕਿੱਥੇ ਹੈ? ਮਤਲਬ ਪਹਿਲੇ ਅਸੀਂ ਰੋਣਾ ਰੋ ਰਹੇ ਆ ਵੀ ਸਾਡੀਆਂ ਮੰਡੀਆਂ ਪਹਿਲੇ ਖਤਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ, ਤੇ ਮੰਡੀਆਂ ਦੇ ਵਿੱਚ ਵੀ ਕੀ ਆ? ਕਣਕ ਤੇ ਝੋਨਾ। ਬਾਕੀ ਜਿਹੜੀਆਂ ਜਿਹੜੇ ਕਹ ਲਓ ਵੀ ਬਾਕੀ ਫਸਲਾਂ ਨੇ ਜਾਂ ਕੈਸ਼ ਕ੍ਰੌਪਸ ਜਿਹਨਾਂ ਨੂੰ ਕਿਹਾ ਜਾਂਦਾ, ਉਹਦੀ ਮੰਡੀ ਤਾਂ ਦੱਸੋ ਕਿੱਥੇ ਹੈ? ਕਿਸਾਨ ਝੋਨਾ ਛੱਡ ਕੇ, ਕਣਕ ਛੱਡ ਕੇ ਅਲਟਰਨੇਟ ਫਸਲਾਂ ਵੱਲ ਨੂੰ ਤੁਰ ਪਵੇ ਤੇ ਲੈ ਕੇ ਕਿੱਥੇ ਜਾਵੇ? ਉਹਦਾ ਢਾਂਚਾ ਕਿਹਨੇ ਦੇਣਾ? ਉਹ ਕਿਸਾਨ ਜਥੇਬੰਦੀਆਂ ਨੇ ਥੋੜ੍ਹਾ ਦੇਣਾ। ਇਹ ਠੀਕ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਐਕਸਪਲੋਇਟੇਸ਼ਨ ਹੋ ਰਹੀ ਹੈ ਪਾਣੀ ਦੀ, ਤੇ ਪਾਣੀ ਜਿਹੜਾ ਆ ਖਤਮ ਹੁੰਦਾ ਜਾ ਰਿਹਾ ਹੈ, ਪਰ ਸਰਕਾਰਾਂ ਸ਼ਾਇਦ ਇਹ ਸਾਰਾ ਕੁਝ ਜਾਣਬੁੱਝ ਕੇ ਸੋਚ ਸਮਝ ਕੇ ਕਰਦੀਆਂ ਹੈ ਕਿ ਜਿਹੜਾ ਕਿਸਾਨ ਹੈ ਉਹ ਦੁਖੀ ਹੋ ਜਾਵੇ, ਦੁਖੀ ਹੋ ਕੇ ਆਪਣੀ ਜ਼ਮੀਨ ਛੱਡ ਕੇ ਤੁਰਦਾ ਲੱਗੇ ਤੇ ਮੁੜ ਕੇ ਜ਼ਮੀਨ ਜਿਹੜੀ ਆ ਹੌਲੀ ਹੌਲੀ ਉੱਤੇ ਕਬਜ਼ਾ ਨਹੀਂ, ਕਰ ਲਏ। ਇਹ ਸਮਝ ਤੇ ਬਿਲਕੁਲ ਬਣੀ ਆ ਜੀ, ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ। ਇਹੋ ਸਮਝ ਆਮ ਲੋਕਾਂ 'ਚ ਬਣ ਗਈ ਆ ਕਿ ਸਰਕਾਰ ਇਹ ਚਾਹੁੰਦੀ ਆ। ਪਰ ਜਿਵੇਂ ਹੁਣ ਨੀਤੀ ਆਯੋਗ ਦੇ ਮੈਂ ਰਮੇਸ਼ ਚੰਦਰ ਦਾ ਜ਼ਿਕਰ ਕੀਤਾ, ਉਹਨਾਂ ਨੇ ਕਿਹਾ ਹੈ ਕਿ ਦਾਲਾਂ ਨੂੰ ਤੇ ਤੇਲ ਬੀਜਾਂ ਨੂੰ, ਜਾਂ ਖਾਸ ਕਰਕੇ ਦਾਲਾਂ ਦਾ ਉਹਨਾਂ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਜਿਹੜੀ ਆ ਐਮਐਸਪੀ ਦੇ ਦਾਇਰੇ 'ਚ ਲਿਆਵੇ ਸਰਕਾਰ ਤੇ ਉਹਨੂੰ ਪ੍ਰਮੋਟ ਕਰੇ, ਤੇ ਫਿਰ ਕੋਈ ਨਾ ਕੋਈ ਹੱਲ ਇਸ ਤਰ੍ਹਾਂ ਹੀ ਬਣੇਗਾ ਨਾ। ਜੇ ਸਰਕਾਰ ਉਹ ਚੀਜ਼ਾਂ ਖਰੀਦਣਾ ਹੀ ਨਹੀਂ ਚਾਹੁੰਦੀ, ਸਪੋਜ਼ ਕਰੋ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਆ ਉਸ ਚੀਜ਼ ਦੀ, ਤੇ ਆਪਾਂ ਜ਼ਬਰਦਸਤੀ ਉਹਨੂੰ ਪੈਦਾਵਾਰ ਬਣਾ ਕੇ ਉਹਨੂੰ ਜ਼ਬਰਦਸਤੀ ਤੇ ਨਹੀਂ ਨਾ ਕਿਸੇ ਦੇ ਗਲ ਮੜ ਸਕਦੇ। ਉਹੀ ਕਹਿ ਰਿਹਾ ਮੈਂ, ਜੇ ਸਰਕਾਰ ਕੋਈ ਪਾਲਿਸੀ ਬਣਾਏਗੀ ਨਾ, ਜੇ ਐਮਐਸਪੀ ਦੇ ਅੰਡਰ ਲੈ ਕੇ ਆਏਗੀ ਬਾਕੀ ਫਸਲਾਂ ਨੂੰ, ਤਾਂ ਲਾਜ਼ਮੀ ਤੌਰ ਤੇ ਕਿਸਾਨ ਉਧਰ ਨੂੰ ਜਾਣਗੇ। ਕਿਸਾਨ ਕੋਈ ਚਾਲ ਹੀ ਝੋਨਾ ਥੋੜ੍ਹਾ ਬੀਜਦਾ, ਕਿਉਂਕਿ ਉਹਦੇ ਕੋਲ ਮੰਡੀ ਨੇੜੇ, ਉਹਦੇ ਕੋਲ ਝੋਨੇ ਦੀ ਹੈ, ਉਹਦੇ ਕੋਲ ਦਾਲਾਂ ਦੀ ਮੰਡੀ ਹੈ ਨਹੀਂ, ਬਾਕੀ ਫਸਲਾਂ ਦੀ ਮੰਡੀ ਹੈ ਨਹੀਂ। ਇਹ ਸੁਝਾਅ ਜਿਹੜੇ ਸਰਦਾਰ ਸਿੰਘ ਜੌਹਲ ਹੋਰਾਂ ਨੇ ਦਿੱਤੇ ਆ ਕਿ ਕਿਸਾਨ ਆਹ ਕਰਨ ਤੇ ਆਹ ਨਾ ਕਰਨ, ਉਹ ਸਰਕਾਰਾਂ ਦੇ ਵਿੱਚ ਬਹੁਤ ਵਾਰੀ ਰਹੇ ਨੇ, ਉਹਨਾਂ ਦੇ ਕਮਿਸ਼ਨਾਂ ਦੇ ਮੈਂਬਰ ਰਹੇ ਨੇ। ਉਹ ਸਰਕਾਰ ਨੂੰ ਕਿਉਂ ਨਹੀਂ ਸਲਾਹ ਦਿੰਦੇ ਵੀ ਤੁਸੀਂ ਐਗਰੀਕਲਚਰ ਬੇਸਡ ਜਿਹੜੀ ਪ੍ਰੋਡਕਸ਼ਨ ਦਾ ਕੋਈ ਕੰਮ ਕਰੋ, ਪਿੰਡਾਂ ਦੇ ਵਿੱਚ ਜਿਹੜਾ ਆ ਖੇਤੀ ਆਧਾਰਿਤ ਜਿਹੜੇ ਕੋਈ ਉਦਯੋਗ ਸਥਾਪਿਤ ਕਰੋ ਤੇ ਉਹਦੀਆਂ ਮੰਡੀਆਂ ਦੀ ਵਿਵਸਥਾ ਕਰੋ। ਇਹ ਲੋਕ ਜਿਹੜੇ ਆ, ਹੁਣ ਵੀ ਇੱਕ ਯੂਨੀਵਰਸਿਟੀ ਦੇ ਚਾਂਸਲਰ ਨੇ ਸ਼ਾਇਦ ਸਰਦਾਰ ਸਿੰਘ ਜੌਹਲ, ਤੇ ਉਹ ਹਰ ਸਰਕਾਰ ਦੇ ਵਿੱਚ ਉਹਨਾਂ ਨੇ ਥੋੜਾ ਬਹੁਤ ਕਿਤੇ ਨਾ ਕਿਤੇ ਮਾੜਾ ਮੋਟਾ ਉਹਨਾਂ ਦੀ ਸੁਣਵਾਈ ਰਹੀ ਹੈ, ਤੇ ਉਹ ਕਿਸਾਨਾਂ ਨੂੰ ਸਲਾਹ ਦੇਣ ਦੀ ਥਾਂ ਦਿੱਤੇ ਸਰਕਾਰ ਨੂੰ ਸਲਾਹ ਕਿਉਂ ਨਹੀਂ ਦਿੰਦੇ ਵੀ ਤੁਸੀਂ ਇਹ 3 ਖੇਤੀ ਕਾਨੂੰਨ ਰੱਦ ਕਰੋ? ਪਹਿਲਾਂ ਤਾਂ ਉਹਨਾਂ ਨੇ ਪਹਿਲੇ ਪੋਜੀਸ਼ਨ ਆਪਣੀ ਗਲਤ ਲੈ ਲਈ ਕਿਸਾਨ ਅੰਦੋਲਨ ਦੇ ਸ਼ੁਰੂ ਹੁੰਦਿਆਂ ਹੀ। ਹੁਣ ਵੀ ਜਿਹੜੀ ਉਹ ਸਲਾਹ ਦਿੰਦੇ, ਲੱਗਦਾ ਇਹ ਆ ਵੀ ਸ਼ਾਇਦ ਸਰਦਾਰ ਸਿੰਘ ਜੌਹਲ ਹੋਰਾਂ ਨੇ ਬਹੁਤ ਚੰਗੀ ਸਲਾਹ ਦਿੱਤੀ ਹੈ, ਤੇ ਕਿਸਾਨ ਜਿਹੜੇ ਜ਼ਿੱਦੀ ਆ ਉਹ ਮੰਨਦੇ ਨਹੀਂ ਹੈਗੇ। ਕਿਸਾਨਾਂ ਦਾ ਚ ਕੋਈ ਕਸੂਰ ਨਹੀਂ ਹੈਗਾ, ਇਹ ਸਾਰਾ ਕਸੂਰ ਇਹ ਸਰਕਾਰ ਦਾ। ਸਰਕਾਰ ਸਹੀ ਕਰੇ ਆਪਣੀ ਪਾਲਿਸੀ। ਜੇ ਸਰਕਾਰ ਬਾਕੀ ਜਿਹੜੀਆਂ 22-21 ਫਸਲਾਂ ਹੈ ਉਹਦੀ ਵੀ ਐਮਐਸਪੀ ਦੇਵੇ ਤੇ ਉਹਦੀ ਮੰਡੀ ਦੇਵੇ। ਜਿੰਨੀ ਦੇਰ ਤੱਕ ਮੰਡੀ ਨਹੀਂ ਹੈਗੀ, ਹੁਣ ਮਤਲਬ ਸਾਡੀਆਂ ਮੁੱਖ ਫਸਲਾਂ ਮੱਕੀ ਤੇ ਕਣਕ ਹੁੰਦੀ ਸੀ ਪੰਜਾਬ ਦੇ ਵਿੱਚ, ਤੇ ਹੁਣ ਮੱਕੀ ਹੌਲੀ ਹੌਲੀ ਖਤਮ ਹੋ ਗਈ ਹੈ, ਤੇ ਝੋਨਾ ਤੇ ਕਣਕ 2 ਮੁੱਖ ਫਸਲਾਂ ਰਹਿ ਗਈਆਂ। ਤੇ ਜੇ ਥੋੜੀ ਬਹੁਤ ਮੱਕੀ ਲਾਈ ਵੀ ਗਈ ਹੈ ਤੇ ਉਹਦੀ ਕੀਮਤ 1850 ਰੁਪਏ ਤੁਸੀਂ ਕਹਿੰਦੇ ਹੋ, ਵੇਚਣੀ ਤੁਹਾਨੂੰ 800 ਰੁਪਏ ਨੂੰ ਪੈ ਰਹੀ ਹੈ। ਕਿੱਥੇ ਜਾਵੇ ਕਿਸਾਨ? ਜੇ ਕਿਸਾਨ ਆਲੂ ਲਾ ਲੈਂਦਾ ਤੇ ਮੁੜ ਕੇ ਆਲੂ ਕਿਤੇ ਵਿਕਦਾ ਨਹੀਂ ਹੈਗਾ, ਤੇ ਕਿਸਾਨ ਜਿਹੜਾ ਖੇਤਾਂ 'ਚ ਇਸ ਕਰਕੇ ਰਾਖੀ ਕਰਦਾ ਹੈ ਵੀ ਮੇਰੀ ਢੇਰੀ ਜਿਹੜੀ ਆਲੂਆਂ ਦੇ ਵਿੱਚ ਕੋਈ ਹੋਰ ਆਲੂ ਨਾ ਰਲਾ ਜਾਵੇ, ਆ ਕੇ ਹੋਰ ਆਲੂ ਨਾ ਸਿੱਟ ਜਾਵੇ, ਫਿਰ ਉਹਨੂੰ ਸੜਕਾਂ ਤੇ ਆਲੂ ਜਿਹੜਾ ਖਿਲਾਰਨਾ ਪੈਂਦਾ। ਜੇ ਕਿਤੇ ਮਤਲਬ ਕਣਕ ਜਾਂ ਝੋਨੇ ਨੂੰ ਛੱਡ ਕੇ ਗੰਨਾ ਜ਼ਿਆਦਾ ਲਾ ਲੈਂਦਾ ਕਿਸਾਨ, ਤੇ ਮਿੱਲਾਂ ਗੰਨਾ ਨਹੀਂ ਉਹਦਾ ਚੱਕਦੀਆਂ। ਤੁਸੀਂ ਦੱਸੋ ਕਿਸਾਨ ਜਾਵੇ ਕਿੱਥੇ? ਮੈਂ ਤਾਂ ਕਿਸਾਨ ਨਹੀਂ ਹੈਗਾ, ਮੇਰੀ ਤਾਂ 1 ਇੰਚ ਵੀ ਜ਼ਮੀਨ ਹੈ ਨਹੀਂ, ਪਰ ਸਾਨੂੰ ਇਹ ਗੱਲਾਂ ਤਾਂ ਸਮਝਣੀਆਂ ਚਾਹੀਦੀਆਂ। ਨਾ ਮੈਂ ਆਰਥਿਕ ਮਾਹਰ ਹੈ, ਨਾ ਮੈਨੂੰ ਐਗਰੀਕਲਚਰ ਦਾ ਊੜਾ ਐੜਾ ਆਉਂਦਾ। ਇਹ ਤਾਂ ਐਗਰੀਕਲਚਰ ਦੇ ਐਕਸਪਰਟ ਨੇ, ਸਰਦਾਰ ਸਿੰਘ ਜੌਹਲ ਨੇ, ਸੁੱਚਾ ਸਿੰਘ ਗਿੱਲ ਨੇ। ਉਹ ਕਿਸਾਨਾਂ ਨੂੰ ਸਲਾਹ ਨਾ ਦੇਣ, ਉਹ ਸਰਕਾਰ ਨੂੰ ਕਿਤੇ ਨਾ ਕਿਤੇ ਸਹੀ ਰਾਹੇ ਪਾਉਣ।
ਬਿਲਕੁਲ ਜੀ, 2007 ਚ ਇਹਨਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਸੀ ਕੈਪਟਨ ਸਰਕਾਰ ਨੇ, ਇਸੇ ਨੇ ਕੈਪਟਨ ਸਾਹਿਬ ਨੇ ਹੀ। ਤੇ ਇਹਨਾਂ ਨੇ ਕੋਈ ਤਜਵੀਜ਼ਾਂ ਦਿੱਤੀਆਂ ਵੀ ਸੀਗੀਆਂ, ਮੈਂ ਜਿਹਦੀ ਜ਼ਿਕਰ ਕਰ ਰਿਹਾ ਸੀ 13 ਜ਼ੋਨ ਬਣਾਏ ਸੀਗੇ, ਡਿਵਰਸੀਫਿਕੇਸ਼ਨ ਦੀ ਗੱਲ ਹੋਈ ਸੀਗੀ, ਪਰ ਸਰਕਾਰਾਂ ਖੁਦ ਹੀ ਉੱਤੇ ਫਿਰ ਅਮਲ ਨਹੀਂ ਕਰਦੀਆਂ। ਜੇ ਇਹੋ ਜਿਹਾ ਕੋਈ ਆਉਂਦਾ ਵੀ ਆ, ਢਾਂਚਾ ਬਣਾ ਕੇ ਦਿੰਦਾ ਵੀ ਆ, ਤੇ ਕੰਮ ਤੇ ਵਾਕਈ ਸਰਕਾਰ ਨੇ ਕਰਨਾ, ਕਿਸਾਨ ਤੇ ਆਪਣੇ ਲੈਵਲ ਤੇ ਨਹੀਂ ਕਰ ਸਕਦੇ। ਸੋ ਮੈਂ ਉਹਨਾਂ ਨੂੰ ਕੋਈ ਡਿਫੈਂਡ ਨਹੀਂ ਕਰ ਰਿਹਾ, ਪਰ ਮੇਰੇ ਮਨ 'ਚ ਇਹ ਆ ਕਿ ਜੇ ਉਹ ਕੋਈ ਐਕਸਪਰਟ ਆਪਣੀ ਰਾਏ ਦਿੰਦਾ ਹੈ ਤਾਂ ਉਹਨੂੰ ਅਣਗੌਲਿਆਂ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਤੇ ਸਰਕਾਰ ਨੂੰ ਇਸ ਗੱਲ ਲਈ ਵੀ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਕਿ ਇਹਨਾਂ ਦੀ ਵੀ ਸੁਣੋ ਭਾਈ, ਇਹ ਜੋ ਕਹਿ ਰਹੇ ਨੇ ਅਸੀਂ ਵਾਕਈ ਦੁਖੀ ਆ, ਸਾਡਾ ਪਾਣੀ ਜਿਹੜਾ ਉਹ ਜਾ ਰਿਹਾ ਆ, ਸਾਡੀ ਧਰਤੀ ਫਰਟੀਲਾਈਜ਼ਰ ਪਾ ਪਾ ਕੇ ਸਤਿਆਨਾਸ਼ ਹੋ ਗਿਆ, ਕੈਮੀਕਲ ਪਾਉਣ ਕਰਕੇ ਜ਼ਹਿਰ ਹੋ ਗਿਆ ਸਾਰੇ ਪਾਸੇ, ਲੋਕ ਕੈਂਸਰ ਨਾਲ ਮਰ ਰਹੇ, ਅਸੀਂ ਤੇ ਆਪ ਵਿੱਚੋਂ ਨਿਕਲਣਾ ਚਾਹੁੰਦੇ ਆ। ਉਹਦਾ ਹੱਲ ਸਰਕਾਰ ਕਰੇ। ਜੇ ਕੋਈ ਇਹੋ ਜਿਹੀ ਤਜਵੀਜ਼ ਆਉਂਦੀ ਆ ਤੇ ਉਹਨੂੰ ਕਿਸਾਨ ਯੂਨੀਅਨਾਂ ਅਪਣਾ ਕੇ ਆਪਣੀਆਂ ਮੰਗਾਂ 'ਚ ਸ਼ਾਮਲ ਕਰਨ। ਬਿਲਕੁਲ, ਕਿਸਾਨ ਜਥੇਬੰਦੀਆਂ ਨੇ ਪਹਿਲੇ ਦਿਨ ਤੋਂ ਹੀ ਮੰਗਾਂ 'ਚ ਸ਼ਾਮਲ ਕੀਤਾ ਸਾਰਾ ਕੁਝ ਵੀ ਠੀਕ ਹੈ, ਤੁਸੀਂ ਜਿਹੜਾ ਮੰਡੀ ਦੀ ਵਿਵਸਥਾ ਤਾਂ ਕਰੋ, ਜਿਹੜੀ ਮੰਡੀ ਹੈਗੀ ਉਹਨੂੰ ਤੁਸੀਂ ਤੋੜਨ ਤੇ ਲੱਗੇ ਹੋ, ਅਸੀਂ ਤਾਂ ਹੋਰ ਮੰਡੀਆਂ ਵੀ ਮੰਗਦੇ ਆ। ਦੂਜੀ ਗੱਲ ਜਿਹੜੇ ਹੈ ਨਾ ਜੀ, ਦੇਖੋ ਕਿਸੇ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦੇਣਾ, ਸਤਿਕਾਰ ਦੇਣਾ, ਇਹ ਚੰਗੀ ਗੱਲ ਹੈ, ਪਰ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ, ਤੁਸੀਂ ਸਰਕਾਰੀ ਕਮੇਟੀਆਂ 'ਚ ਕਰਦੇ ਕੀ ਹੈ? ਤੁਸੀਂ ਕਿਉਂ ਨਹੀਂ ਉੱਥੇ ਉੱਥੇ ਆਪਣਾ ਵਿਰੋਧ ਦਰਜ ਕਰਵਾ ਕੇ ਬਾਹਰ ਆਉਂਦੇ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਉਹਨਾਂ ਲਈ ਖੜੇ ਹੋ? ਮਤਲਬ ਮੈਨੂੰ ਲੱਗਦਾ ਹੈ ਕਿ ਜਿਹੜਾ ਨਾ ਸੱਤਾ ਦਾ ਅਸਲ ਦੇ ਵਿੱਚ ਚਾਹੇ ਚਾਹੇ ਉਹਦੇ 'ਚ ਪੈਸਾ ਇਨਵੋਲਵ ਹੋਵੇ ਨਾ ਹੋਵੇ, ਸੱਤਾ ਦੇ ਨੇੜੇ ਨੇੜੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੀ ਸਮਝਦਾਰੀ ਇਦਾਂ ਦੀ ਬਣ ਜਾਂਦੀ ਹੈ, ਉਹ ਭੁਲਾਂਦਰਾ ਜਿਹਾ ਖੜਾ ਕਰਦੇ ਨੇ। ਇਹ ਸਾਰਾ ਮਾਮਲਾ ਜਿਹੜਾ ਹੈ ਤੇ ਭੁਲਾਂਦਰਾ ਖੜਾ ਕਰਨ ਦੀ ਲੋੜ ਨਹੀਂ ਹੈਗੀ, ਤੇ ਸਪਸ਼ਟ ਕਿਸਮ ਦੀ ਇੱਕ ਪਾਲਿਸੀ ਜਿਹੜੀ ਹੈ ਜਾਂ ਸਪਸ਼ਟ ਕਿਸਮ ਦੀ ਸਮਝਦਾਰੀ ਲੋਕਾਂ ਦੇ ਅੱਗੇ ਰੱਖਣੀ ਚਾਹੀਦੀ ਹੈ। ਤਾਂ ਹੀ ਪਤਾ ਲੱਗਦਾ ਕਿ ਤੁਸੀਂ ਦੇਖੋ, ਦੋ ਹੀ ਰਸਤੇ ਨੇ, ਵਿਚਾਰਲਾ ਕੋਈ ਰਸਤਾ ਨਹੀਂ। ਜਾਂ ਤੁਸੀਂ ਇੱਧਰ ਹੋ ਜਾਓ ਜਾਂ ਤੁਸੀਂ ਇੱਧਰ ਹੋ ਜਾਓ। ਵਿੱਚ ਵਿਚਾਰਲਾ ਰਸਤਾ ਜਿਹੜੇ ਅਪਣਾਉਂਦੇ ਨੇ ਤੇ ਸਰਕਾਰਾਂ ਦੀਆਂ ਕਮੇਟੀਆਂ 'ਚ ਸ਼ਾਮਲ ਹੁੰਦੇ ਨੇ, ਤਾਂ ਫਿਰ ਕਮੇਟੀਆਂ ਦੇ ਵਿੱਚ ਤੁਹਾਡੀ ਸੁਣਾਈ ਤਾਂ ਕੋਈ ਜਾਂਦੀ ਨਹੀਂ। ਫਿਰ ਕੀ ਤੁਸੀਂ ਸਿਰਫ ਭੱਤੇ ਲੈਣ ਲਈ ਜਾਂਦੇ ਉੱਥੇ ਵੀ ਤੁਹਾਨੂੰ VVIP ਟ੍ਰੀਟਮੈਂਟ ਮਿਲ ਜਾਂਦੀ ਹੈ, ਅਖਬਾਰਾਂ ਦੇ ਵਿੱਚ ਤੁਹਾਡੀਆਂ ਫੋਟੋਆਂ ਛਪ ਜਾਂਦੀਆਂ। ਔਰ ਜਿਹੜੇ ਲੋਕ ਵਿਚਾਰੇ 6 ਮਹੀਨੇ 6.5 ਮਹੀਨੇ ਹੋ ਗਏ ਉੱਥੇ ਬੈਠੇ ਦਿੱਲੀ, ਜਾਂ ਜਿਹੜੀ ਲੀਡਰਸ਼ਿਪ ਹੈ ਕਿਸਾਨਾਂ ਦੀ, ਰਾਜੇਵਾਲ ਦੀ ਉਮਰ ਤੁਸੀਂ ਦੇਖ ਲਓ, ਬਾਕੀ ਜਿਹੜੇ ਉਮਰਦਰਾਜ਼ ਜਿਹੜੇ ਆਗੂ ਨੇ ਹੈਗੇ 70 ਸਾਲ ਤੋਂ ਉੱਪਰ ਦੇ ਆਗੂ ਆ, ਉਹਨਾਂ ਨੇ ਕੀ ਨੁਕਸਾਨ ਕਿਸੇ ਦਾ ਕੀਤਾ? ਲੜ ਰਹੇ ਆ ਨਾ, ਉਹ ਇਕੱਲੇ ਆਪਣੇ ਲਈ ਥੋੜ੍ਹਾ ਲੜ ਰਹੇ ਆ। ਕਿਉਂ ਨਹੀਂ ਸਰਦਾਰ ਸਿੰਘ ਜੌਹਲ ਜਾਂ ਸੁੱਚਾ ਸਿੰਘ ਗਿੱਲ ਵਰਗੇ ਲੋਕ ਜਾ ਕੇ ਉੱਥੇ ਬਾਰਡਰ ਤੇ ਬਹਿੰਦੇ ਉਹਨਾਂ ਦੇ ਨਾਲ, ਲੋਕਾਂ ਨੂੰ ਪਤਾ ਲੱਗੇ, ਸਰਕਾਰ ਨੂੰ ਪਤਾ ਲੱਗੇ ਵੀ ਇਹ ਜਿਹੜੇ ਐਗਰੀਕਲਚਰ ਐਕਸਪਰਟ ਨੇ, ਇਹ ਵੀ ਇਹੀ ਚਾਹੁੰਦੇ ਆ ਜੋ ਕਿਸਾਨ ਚਾਹੁੰਦੇ ਆ। ਵਿੱਚ ਵਿਚਾਰਲਾ ਰਸਤਾ ਬਣਾਉਣਾ ਹੈ, ਲੋਕਾਂ ਨੂੰ ਸਲਾਹਾਂ ਦੇਣੀਆਂ, ਇਹਦਾ ਕੋਈ ਮਤਲਬ ਨਹੀਂ ਹੈ ਜਿੰਨੀ ਦੇਰ ਤੱਕ ਤੁਸੀਂ ਸਪਸ਼ਟ ਆਪਣੀ ਸਮਝਦਾਰੀ ਨਹੀਂ ਰੱਖ ਰਹੇ, ਇਹ ਦੱਸਦੇ ਨਹੀਂ ਵੀ ਕਿਸਾਨ ਕਿਉਂ ਮਜਬੂਰ ਆ ਝੋਨਾ ਲਾਉਣ ਲਈ, ਕਿਉਂ ਮਜਬੂਰ ਆ ਕਣਕ ਦੇ ਝੋਨੇ ਦੇ ਚੱਕਰ ਚੋਂ ਬਾਹਰ ਕਿਉਂ ਨਹੀਂ ਨਿਕਲਦਾ। ਉਹਦੇ ਰਿਐਲਿਟੀਜ਼ ਤਾਂ ਦੱਸੋ ਯਾਰ, ਤੁਸੀਂ ਲੋਕਾਂ ਨੂੰ ਭੁਲਾਂਦਰਾ ਜਾਂ ਖੜਾ ਕਰੀ ਜਾਓ, ਅਖਬਾਰਾਂ 'ਚ ਬਿਆਨਬਾਜ਼ੀਆਂ ਕਰੀ ਜਾਓ, ਇਹਦਾ ਕੋਈ ਮਤਲਬ ਨਹੀਂ ਹੈ। ਪੰਜਾਬ ਦੀ ਸਿਆਸਤ ਵੱਲ ਥੋੜ੍ਹਾ ਜਿਹਾ ਪਰਤਦੇ ਹਾਂ। ਵੈਸੇ ਦਸਾਂਝ ਸਾਹਿਬ, ਪਿਛਲੇ ਦਿਨੀ ਜਦੋਂ ਕਾਂਗਰਸ ਦੀ ਫੁੱਟ ਦਾ ਰੌਲਾ ਗੋਲਾ ਪਿਆ ਹੋਇਆ ਸੀਗਾ, ਔਰ ਇਹ ਵੀ ਗੱਲ ਬੜੀ ਹੈਰਾਨੀਜਨਕ ਹੈ ਕਿ ਕਿਸਾਨ ਆਪ ਯੁੱਧ ਦੀ ਸਥਿਤੀ ਵਿੱਚ ਆ, ਤੇ ਪੂਰੇ ਦੀ ਪੂਰੀ ਪੰਜਾਬ ਦੀ ਵੀ ਜਿਹੜੀ ਪ੍ਰੈਸ ਸੀ, ਜਿਹਨੂੰ ਹੁਣ ਆਪਾਂ ਕਹਿੰਦੇ ਸੀ ਕਿ ਲੋਕ ਪੱਖੀ ਪ੍ਰੈਸ ਆ, ਉਹਨੇ ਵੀ ਕਿਸਾਨਾਂ ਦੀਆਂ ਗੱਲਾਂ ਛੱਡ ਕੇ ਤੇ ਕਾਂਗਰਸ ਦੀ ਹਾਈ ਕਮਾਂਡ ਦੀਆਂ ਖਬਰਾਂ ਤੇ ਕਾਂਗਰਸ ਦੇ ਜਿਹੜੀ ਆਪਸ ਵਿੱਚ ਝਗੜੇ ਦੀਆਂ ਖਬਰਾਂ ਉਹਨੂੰ ਬੜਾ ਭਾਰਿਆ ਸੀਗਾ। ਜਿਹੜੇ ਲੋਕਲ ਪੰਜਾਬ ਦੇ ਚੈਨਲ ਵੀ ਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਉਹ ਪ੍ਰੋ ਪੰਜਾਬ ਨੇ, ਪ੍ਰੋ ਕਿਸਾਨ ਨੇ, ਜਾਂ ਪ੍ਰੋ ਪੀਪਲ ਜਿੱਦਾਂ ਆਪਾਂ ਨਾਅਰਾ ਦਿੰਦੇ ਆ, ਉਹ ਨੇ, ਉਹਨਾਂ ਦਾ ਵੀ ਐਟੀਟਿਊਡ ਬਿਲਕੁਲ ਜਿੱਦਾਂ ਦਾ, ਜਿਨ੍ਹਾਂ ਨੂੰ ਸੋ ਕਾਲਡ ਨੈਸ਼ਨਲ ਚੈਨਲ ਕਹਿੰਦੇ, ਹਿੰਦੀ ਵਾਲੇ ਚੈਨਲ, ਉਹਨਾਂ ਵਰਗਾ ਨਜ਼ਰ ਆਉਂਦਾ ਕਿਤੇ ਨਾ ਕਿਤੇ। ਤੇ ਖਬਰਾਂ ਸਾਰੀਆਂ ਛਾ ਗਈਆਂ ਕਿ ਜਿੱਦਾਂ ਪੰਜਾਬ ਦਾ ਕਿਸਾਨ ਤੇ ਕੋਈ ਲੜਾਈ ਲੜ ਹੀ ਨਹੀਂ ਰਿਹਾ, ਸਿਰਫ ਇਕੱਲਾ ਸਿੱਧੂ ਲੜ ਰਿਹਾ ਜਾਂ ਪ੍ਰਗਟ ਸਿੰਘ ਲੜ ਰਿਹਾ ਜਾਂ ਸੁਖਜਿੰਦਰ ਸਿੰਘ ਰੰਧਾਵਾ ਹੀ ਸਾਰਾ ਪੰਜਾਬ ਲਈ ਜਿਹੜਾ ਵਾ ਉਹ ਲੜਾਈ ਲੜ ਰਹੇ ਹੋਣ। ਸੋ ਉਹ ਜਿਸ ਤਰੀਕੇ ਨਾਲ ਹਾਈਲਾਈਟ ਕਰ ਦਿੱਤਾ ਜਾਂਦਾ ਇਹ ਚੀਜ਼ਾਂ ਨੂੰ, ਵਿੱਚੋਂ ਛੁਪਾ ਹੀ ਲਿਆ ਜਾਂਦਾ ਵੀ ਹੋਰ ਗਰਾਊਂਡ ਪੱਧਰ ਤੇ ਕੀ ਰਿਹਾ, ਤੇ ਸਿਆਸੀ ਗੇਮ ਨੂੰ ਅੱਗੇ ਲੈ ਆਂਦਾ ਜਾਂਦਾ। ਇਹ ਵੀ ਇੱਕ ਬੜਾ ਵੱਡਾ ਨੁਕਸਾਨ ਜਿਹੜਾ ਮੀਡੀਆ ਵਾ ਉਹ ਕਰ ਦਿੰਦਾ ਕਿਸੇ ਵੇਲੇ, ਜਿਹੜਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਪਿੱਛੇ ਕੀ ਹੋ ਰਿਹਾ। ਦੇਖੋ, ਮੀਡੀਆ ਦੀ ਜਿਹੜੀ ਇੱਕ ਸਾਰਥਕ ਕਿਸਮ ਦੀ ਭੂਮਿਕਾ ਜਿਹੜੀ ਲਾਜ਼ਮੀ ਤੌਰ ਤੇ ਹੋਣੀ ਚਾਹੀਦੀ ਆ, ਉਹਦੇ ਤੋਂ ਬੜੀ ਨਿਰਾਸ਼ਾ ਜਿਹੀ ਹੁੰਦੀ ਹੈ ਕਿ ਮੀਡੀਆ ਉਹ ਭੂਮਿਕਾ ਨਹੀਂ ਨਿਭਾ ਰਿਹਾ। ਕੁਝ ਚੈਨਲ ਤਾਂ ਜਿਹੜੇ ਆ ਕਿਸਾਨ ਅੰਦੋਲਨ ਕਰਕੇ ਹੀ ਹੋਂਦ ਵਿੱਚ ਆਏ ਆ, ਕਿਸਾਨ ਅੰਦੋਲਨ ਦੇ ਨਾਲ ਨਾਲ ਉਹਨਾਂ ਨੇ ਗਰੋ ਕੀਤਾ, ਪਰ ਸ਼ੁਰੂ ਦੇ ਵਿੱਚ ਲੱਗਾ ਵੀ ਸ਼ਾਇਦ ਉਹ ਕਿਸਾਨ ਅੰਦੋਲਨ ਨੂੰ ਕਵਰ ਕਰਦਿਆਂ ਹੋਇਆ ਜਿਹੜਾ ਸਧਾਰਨ ਕਿਸਾਨ ਹੈ, ਆਮ ਕਿਸਾਨ, ਉਹਦੀ ਪੀੜਾ ਨੂੰ ਸਮਝ ਰਹੇ ਨੇ,
ਪਰ ਜਿਵੇਂ ਜਿਵੇਂ ਗੱਲ ਅੱਗੇ ਵੱਧਦੀ ਚਲੀ ਗਈ, ਆਪਣੇ TRP ਦੇ ਚੱਕਰ ਦੇ ਵਿੱਚ ਉਹਨਾਂ ਨੇ ਕਿਸਾਨ ਅੰਦੋਲਨ ਦੇ ਖਿਲਾਫ ਹੀ ਸਾਰਾ ਕੰਮ ਕੀਤਾ। ਖਾਸ ਤੌਰ ਤੇ 2 ਚੈਨਲ ਉਹਦੇ 'ਚ ਅਹਿਮ ਨੇ, ਅਸੀਂ ਕਿਸੇ ਚੈਨਲ ਦਾ ਨਾਂ ਨਹੀਂ ਲੈਂਦੇ, ਲੋਕਾਂ ਨੂੰ ਪਤਾ ਹੈ। ਤੇ ਫਿਰ ਇਸ ਕਰਕੇ ਲੋਕ ਸਵਾਲ ਵੀ ਕਰਦੇ ਆ, ਉਹਨਾਂ ਦੀ ਜਿਹੜੀ ਉਹ ਇੱਜ਼ਤ ਜਾਂ ਵਕਾਰ ਜਿਹੜੇ ਪਹਿਲੇ ਦਿਨਾਂ 'ਚ ਉਹਨਾਂ ਨੇ ਬਣਾਇਆ ਸੀ, ਉਹ ਸਾਰਾ ਕੁਝ ਗਵਾਚ ਵੀ ਰਿਹਾ। ਜੇ ਤੁਸੀਂ ਸਿਰਫ TRP ਦੇ ਚੱਕਰ ਦੇ ਵਿੱਚ, ਬਾਈਟ ਦੇ ਚੱਕਰ ਦੇ ਵਿੱਚ, ਉੱਚੀ ਉੱਚੀ ਸੁਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਤੇ ਪ੍ਰਾਇੋਰਟੀਜ਼ ਤੁਹਾਡੀਆਂ ਕੁਝ ਹੋਰ ਬਣ ਜਾਂਦੀਆਂ ਰਹੀਆਂ, ਤਾਂ ਫਿਰ ਲੋਕਾਂ ਨੂੰ ਤਾਂ ਪਤਾ ਲੱਗੇ ਜਾਂਦਾ ਹੈ। ਹੁਣ ਇਸ ਵੇਲੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਤਾਂ ਇਹ ਹੈ ਕਿ ਕਰੋਨਾ ਕਾਲ ਦੇ ਦੌਰਾਨ, ਕਰੋਨਾ ਦੀ ਮਹਾਮਾਰੀ ਨਾਲ ਸਿੱਝਦਿਆਂ ਹੋਇਆ ਕਿਸ ਤਰ੍ਹਾਂ ਦੀ ਸਿਚੁਏਸ਼ਨ 'ਚੋਂ ਅਸੀਂ ਲੰਘ ਰਹੇ ਹਾਂ, ਕਿੱਥੇ ਕੀ ਰਿਐਲਿਟੀ ਹੈ, ਗਰਾਊਂਡ ਰਿਐਲਿਟੀਜ਼ ਕੀ ਹੈ, ਉਹਦੇ 'ਚ ਸਰਕਾਰਾਂ ਦੀ ਫੇਲਰ ਕਿੰਨੀ ਕੁ ਹੈ, ਸਰਕਾਰਾਂ ਨੇ ਕਿੰਨਾ ਕੁ ਚੰਗਾ ਕੰਮ ਕੀਤਾ, ਤੇ ਉਹਦੇ ਤੇ ਕੁਝ ਕੁਐਸਚਨਿੰਗ ਕਰਨੀ ਜਾਂ ਉਹਦੇ ਤੇ ਸਵਾਲ ਲੈ ਕੇ ਆਉਣਾ ਤੇ ਲੋਕਾਂ ਨੂੰ ਸੱਚ ਦੱਸਣਾ, ਇਹ ਪ੍ਰਾਇੋਰਟੀ ਤੇ ਚਾਹੀਦਾ ਸੀ। ਇਹ ਪ੍ਰਾਇੋਰਟੀ ਤੇ ਚਾਹੀਦਾ ਸੀ ਕਿ 6.5 ਮਹੀਨੇ ਤੋਂ ਦਿੱਲੀ ਦੀਆਂ ਬਰੂਆਂ ਦੇ ਉੱਤੇ ਕਿਸਾਨ ਬੈਠੇ ਆ, ਸਾਰਾ ਕੁਝ ਛੱਡ ਛਡਾ ਕੇ ਉਹਨਾਂ ਨੇ ਭਿਆਨਕ ਕਿਸਮ ਦੀ ਸਰਦੀ ਦਾ ਵੀ ਮੁਕਾਬਲਾ ਕੀਤਾ ਤੇ ਭਿਆਨਕ ਕਿਸਮ ਦੀ ਗਰਮੀ ਦਾ ਵੀ ਮੁਕਾਬਲਾ ਕੀਤਾ, ਮੀਂਹ ਤੇ ਝੱਖੜ ਵੀ ਆਇਆ, ਨਾਲ ਨਾਲ ਸਰਕਾਰ ਦੀਆਂ ਸਾਜ਼ਿਸ਼ਾਂ ਦਾ ਵੀ ਮੁਕਾਬਲਾ ਕੀਤਾ। ਉਹਨੂੰ ਸਹੀ ਤਰੀਕੇ ਨਾਲ ਰਿਪੋਰਟ ਕਰਨ ਦੀ ਥਾਂ ਦੇ ਉੱਤੇ ਉਹਨਾਂ ਦੀ ਜਿਹੜੀ ਕਹਿ ਲਓ ਵੀ ਬਰਨਿੰਗ ਸਟੋਰੀਜ਼ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਆ ਜਾਂ ਸੁਖਪਾਲ ਸਿੰਘ ਖਹਿਰਾ ਆ, ਕੀ ਫਰਕ ਪੈਂਦਾ ਕੋਈ ਸੁਖਪਾਲ ਸਿੰਘ ਖਹਿਰਾ ਵਰਗਾ ਬੰਦਾ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚਲਾ ਗਿਆ, ਆਮ ਆਦਮੀ ਤੋਂ ਬਾਅਦ ਉਹਨੇ ਆਪਣੀ ਪਾਰਟੀ ਬਣਾ ਲਈ ਪੰਜਾਬ ਏਕਤਾ ਪਾਰਟੀ, ਹੁਣ ਫਿਰ ਕਾਂਗਰਸ 'ਚ ਆ ਗਿਆ। ਉਹ ਸਾਰਾ ਦਿਨ ਉਹਦੀਆਂ ਹੀ ਗੱਲਾਂ ਕਰੀ ਜਾਣੀਆਂ, ਉਹਦੇ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਹਿੱਤ ਜੁੜਿਆ ਹੋਇਆ? ਸੁਖਪਾਲ ਸਿੰਘ ਖਹਿਰਾ ਕਾਂਗਰਸ 'ਚ ਰਵੇ, ਆਮ ਆਦਮੀ ਪਾਰਟੀ 'ਚ ਰਵੇ, ਨਵਜੋਤ ਸਿੰਘ ਸਿੱਧੂ BJP 'ਚ ਵਾਪਸ ਚੱਲ ਜਾਵੇ, ਪੰਜਾਬ ਦੇ ਆਮ ਬੰਦੇ ਦਾ ਕੀ ਉਹਦੇ 'ਚ ਲਾਭ ਜਾਂ ਹਾਨੀ ਹੈ? ਉਹਦੀਆਂ ਹੀ ਗੱਲਾਂ ਕਰੀ ਜਾਣੀਆਂ, ਬਸ ਉਹੀ ਸਾਰਾ ਦਿਨ ਦਿਖਾਈ ਜਾਣਾ ਤੇ ਹੋਰ ਕੁਝ ਗੱਲ ਹੀ ਨਹੀਂ ਹੈਗੀ। ਕਿੱਥੋਂ ਪ੍ਰੋ ਪੰਜਾਬ ਜਾਂ ਪ੍ਰੋ ਪੀਪਲ ਜਾਂ ਪ੍ਰੋ ਕਹਿ ਲਓ ਵੀ ਸਧਾਰਨ ਬੰਦੇ ਦੇ ਹੱਕ 'ਚ ਤੁਸੀਂ ਕਿੱਥੇ ਖੜੇ ਹੋ? ਸੋ ਮੈਨੂੰ ਲੱਗਦਾ ਹੈ ਕਿ ਮੀਡੀਆ ਜਿਹੜਾ ਹੈ ਨਾ, ਇਹਦੀ ਬੜੀ ਇੱਕ ਜ਼ਿੰਮੇਵਾਰੀ ਹੁੰਦੀ ਹੈ। ਇਸ ਜ਼ਿੰਮੇਵਾਰੀ ਤੋਂ ਜਿੱਦਾਂ ਸਾਡਾ 99% ਮੀਡੀਆ ਜਿਹੜਾ ਸੋ ਕਾਲਡ ਅਖੌਤੀ ਨੈਸ਼ਨਲ ਮੀਡੀਆ ਜਿਹਨੂੰ ਮੈਂ ਕਹਿੰਦਾ, ਉਹ ਜਿੱਥੇ ਉਹ ਸਾਰਾ ਕੁਝ ਉਸੇ ਢੰਗ ਨਾਲ ਕਰ ਰਿਹਾ, ਉਹਦੀ ਤਰਜ਼ ਦੇ ਉੱਤੇ ਹੀ ਵੀ ਪੰਜਾਬ 'ਚ ਨਵੇਂ ਨਵੇਂ ਉੱਭਰੇ 2 ਚੈਨਲ ਵੀ ਉਹ ਸਾਰੀਆਂ ਚੀਜ਼ਾਂ ਕਰ ਰਹੇ ਆ। ਇੱਕ ਚੈਨਲ ਨੇ ਤਾਂ ਦੀਪ ਸਿੱਧੂ ਨੂੰ ਹੀਰੋ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਹਾਲੇ ਵੀ ਪੂਰਾ ਯਤਨ ਹੈ। ਨਵੀਆਂ ਗੱਲਾਂ ਆ ਰਹੀਆਂ, ਤੁਸੀਂ ਦੇਖੋ, ਮੈਂ ਤਾਂ ਹੈਰਾਨ ਹਾਂ, ਸੋਸ਼ਲ ਮੀਡੀਆ ਦੇ ਉੱਤੇ ਦੀਪ ਸਿੱਧੂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਬਰਾਬਰ ਫੋਟੋਆਂ ਲਾਈਆਂ ਜਾ ਰਹੀਆਂ। ਤੀਰ ਉਹਦੇ ਹੱਥ 'ਚ ਫੜਾਤਾ ਵੀ ਜੀ ਤੀਰ ਉਹਨਾਂ ਨੂੰ, ਫੜਿਆ, ਉਹਨਾਂ ਨੇ ਵੀ ਉਹਦੇ ਤੀਰ ਹੱਥ 'ਚ ਵੀ ਫੜਿਆ ਹੋਇਆ ਤੀਰ ਸੀ। ਫੜਾ ਤੇ ਨਾਲ ਹੀ ਕਹਾਣੀਆਂ ਘੜੀਆਂ ਜਾ ਰਹੀਆਂ, ਲਓ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਪੁਨਰ ਜਨਮ ਹੋ ਗਿਆ ਦੀਪ ਸਿੱਧੂ ਦੇ ਰੂਪ ਦੇ ਵਿੱਚ। ਹਾਂਜੀ, ਮੈਂ ਵੀ ਇਹ ਸਟੋਰੀ ਵੇਖੀ ਲਾਹਨਤ, ਹੈ। ਮੈਂ ਕਿਹਾ ਵੀ ਲਾਹਨਤ ਹੈ ਉਹਨਾਂ ਲੋਕਾਂ ਦੇ ਜਿਹੜੇ ਏਦਾਂ ਦੀਆਂ ਸਟੋਰੀਆਂ ਲੈ ਕੇ ਆਉਂਦੇ ਆ, ਲਾਹਨਤ ਹੈ ਉਹਨਾਂ ਲੋਕਾਂ ਦੇ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ। ਸੋ ਇਸ ਕਰਕੇ ਇਹ ਬੜਾ ਅਜੀਬ ਜਿਹਾ ਹੋ ਰਿਹਾ ਹੈ, ਵਰਤਾਰਾ ਹੀ ਕੁਝ ਇਸ ਕਿਸਮ ਦਾ ਹੈ, ਜਿਹਦੇ 'ਚ ਜਦੋਂ ਅਸੀਂ ਨਿਰਾਸ਼ਤਾ ਦੀ ਵੀ ਗੱਲ ਕਰਦੇ ਹਾਂ, ਪਰ ਫਿਰ ਅਸੀਂ ਕਹਿੰਦੇ ਹਾਂ ਵੀ ਉਮੀਦ ਤਾਂ ਨਹੀਂ ਛੱਡਣੀ ਚਾਹੀਦੀ, ਉਮੀਦ ਤਾਂ ਬਣ ਰਹਿਣੀ ਚਾਹੀਦੀ ਹੈ, ਉਮੀਦ ਦੇ ਨਾਲ ਹੀ ਬੰਦਾ ਬਚਦਾ ਹੈ। ਤੇ ਸੋ ਹਾਲਾਤ ਬਹੁਤੇ ਬੁਰੇ ਆ ਵੈਸੇ, ਤੇ ਇਸ ਜੀ, ਤਰ੍ਹਾਂ ਦੇ ਲੋਕਾਂ ਦੀ ਪੁਣਛਾਣ ਜ਼ਰੂਰ ਹੋਣੀ ਚਾਹੀਦੀ ਹੈ ਜੀ। ਬਿਲਕੁਲ ਠੀਕ ਕਿਹਾ ਤੁਸੀਂ ਸਾਂ ਸਾਹਿਬ। ਮੀਡੀਆ ਦਾ ਜਿਹੜਾ ਰੋਲ ਆ ਉਹ ਜ਼ਰੂਰ ਕਿਤੇ ਨਾ ਕਿਤੇ ਜਿਹੜਾ ਉਹਨੂੰ ਲੋਕੀ ਜਿਹੜੇ ਆ ਉਹ ਘੱਟੋ ਘੱਟ ਵੇਖਣ ਵੀ ਅਸਲ 'ਚ ਇਹ ਸਾਡਾ ਨਾਂ ਵਰਤ ਕੇ ਕਰ ਕੀ ਰਹੇ ਆ। ਅੱਛਾ, ਦੂਜੀ ਜਿਹੜੀ ਹੁਣ ਖਬਰਾਂ 'ਚੋਂ ਖਬਰ ਤੇ ਸਿਆਸਤ ਦੀ ਫਿਰ ਆਪਾਂ ਨੂੰ ਕਰਨੀ ਪੈਣੀ ਆ ਕਿ ਕਾਂਗਰਸ ਵਾਲਾ ਕੰਮ ਤੇ ਮੱਠਾ ਪੈਂਦਾ ਲੱਗਿਆ ਵਾ, ਕੋਈ ਬਹੁਤ ਤੇਜ਼ੀ ਨਾਲ ਖਬਰ ਨਹੀਂ ਆਈ, ਪਰ ਇੱਧਰ ਉੱਧਰ ਆਵਾਜਾਈ ਸ਼ੁਰੂ ਕਾਫੀ ਹੋ ਗਈ ਆ। ਸੱਜਣ ਸਿੰਘ ਚੀਮਾ ਕਪੂਰਥਲੇ ਤੋਂ ਕਹਿੰਦੇ ਆ ਫਿਰ ਉਹ ਅਕਾਲੀ ਦਲ 'ਚ ਵਾਪਸ ਜਾਣਾ ਚਾਹੁੰਦੇ ਸੀ, ਉੱਥੇ ਨਹੀਂ ਗਏ, ਉਹ ਆਮ ਆਦਮੀ ਪਾਰਟੀ 'ਚ ਆ ਗਏ, ਕਿਉਂਕਿ ਉੱਥੇ ਇਹਨਾਂ ਵੇਖਿਆ ਸੀ, ਮੈਂ ਇੱਕ ਸਟੋਰੀ ਪੜ੍ਹ ਰਿਹਾ ਸੀ ਇੱਦਾਂ ਦੀ ਇੱਕ, ਕਿਉਂਕਿ ਉੱਥੇ ਹੁਣ ਰਾਣਾ ਗੁਰਜੀਤ ਸਿੰਘ ਦਾ ਦਖਲ ਜਿਹੜਾ ਵਾ ਉਹ ਅਕਾਲੀ ਦਲ 'ਚ ਹੋਣ ਦੀ ਸੰਭਾਵਨਾ ਆ। ਦੂਜੇ ਪਾਸੇ ਖਹਿਰਾ ਸਾਹਿਬ ਦਾ ਭਲੱਥ ਵਿੱਚ ਵੀ ਵਿਰੋਧ ਹੋ ਰਿਹਾ, ਜਿੱਥੇ ਤੇ ਉਹ ਪੰਜਾਬ ਦੇ ਵੱਡੇ ਲੀਡਰ ਬਣਦੇ ਸੀ, ਹੁਣ ਆਪਣੀ ਕੰਸਟੀਚੁਐਂਸੀ ਵਿੱਚ ਵੀ ਉਹਨਾਂ ਦਾ ਵਿਰੋਧ ਜਿਹੜਾ ਕਾਫੀ ਹੋ ਰਿਹਾ ਵਾ। ਤੇ ਕੋਈ ਜ਼ਰੂਰੀ ਨਹੀਂ ਕਿ ਉਹ ਕਾਂਗਰਸ ਦੀ ਟਿਕਟ ਤੇ ਭਲੱਥ ਹਲਕਾ ਜਿੱਤ ਜਾਣਗੇ। ਜ਼ਿਆਦਾ ਬਿਹਤਰ ਹੁੰਦਾ ਕਿ ਜੇ ਉਹਨਾਂ ਨੂੰ ਲੱਗਦਾ ਸੀਗਾ ਕਿ ਕਿਤੇ ਵੀ ਸਹੀ ਕੰਮ ਨਹੀਂ ਤਾਂ ਘਰ ਬਹਿ ਜਾਂਦੇ, ਇਹੋ ਜਿਹੀ ਸਿਆਸਤ ਕਰਨਾ ਤਾਂ ਜ਼ਿਆਦਾ ਚੰਗਾ ਹੁੰਦਾ, ਉਹਨਾਂ ਦਾ ਨਾਂ ਬਣਿਆ ਰਹਿੰਦਾ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਸੀਗੀਆਂ, ਉਹਨਾਂ ਦੇ ਖਰੇ ਤੇ ਕੀ ਉਤਰਨਾ, ਬਿਲਕੁਲ ਉਹਨਾਂ ਦਾ ਕਿਰਦਾਰ ਉਹ ਤੋਂ ਉਲਟ ਨਜ਼ਰ ਆਇਆ। ਲੋਕੀ ਬਹੁਤ ਨਿਰਾਸ਼ ਨੇ ਉਹਨਾਂ ਤੋਂ। ਦੇਖੋ, ਸੱਜਣ ਸਿੰਘ ਚੀਮਾ ਵਾਲੀ ਸਟੋਰੀ ਭਾਵੇਂ ਮੈਂ ਨਹੀਂ ਪੜ੍ਹੀ, ਪਰ ਇੱਕ ਗੱਲ ਜਿਹੜੀ ਤੁਸੀਂ ਕਹੀ ਹੈ, ਇਹ ਨਵੀਂ ਡਿਵੈਲਪਮੈਂਟ ਪਿਛਲੇ ਕੁਝ ਦਿਨਾਂ ਤੋਂ ਇਹਦੀ ਚਰਚਾ ਚੱਲ ਰਹੀ ਹੈ। ਜਦੋਂ ਸੁਖਪਾਲ ਖਹਿਰੇ ਦੀ ਚਰਚਾ ਚੱਲ ਰਹੀ ਸੀ ਕਿ ਕਾਂਗਰਸ ਪਾਰਟੀ 'ਚੋਂ ਦੁਬਾਰਾ ਆ ਸਕਦੇ ਹੈ ਜਾਂ ਤੈਅ ਵੈਅ ਹੋ ਗਿਆ, ਉਦੋਂ ਹੀ ਰਾਣਾ ਗੁਰਜੀਤ ਦੀ ਚਰਚਾ ਵੀ ਨਾਲੋਂ ਨਾਲ ਚੱਲ ਰਹੀ ਸੀ ਵੀ ਰਾਣਾ ਗੁਰਜੀਤ ਜਿਹੜੇ ਆ, ਉਹਨਾਂ ਦਾ ਸ਼ਾਇਦ 4 ਜਿਹੜੀ ਸੀਟਾਂ ਦੇ ਉੱਤੇ ਸਮਝੌਤਾ ਅਕਾਲੀ ਦਲ ਨਾਲ ਹੋ ਗਿਆ ਹੈ ਵੀ ਉਹ ਇਸ ਸ਼ਰਤ ਤੇ ਜਾਣਗੇ
ਵੀ ਇੱਕ ਉਹਨਾਂ ਦੀ ਸੀਟ ਤੇ 3 ਸੀਟਾਂ ਹੋਰ ਉਹਨਾਂ ਦੇ ਖਾਤੇ 'ਚ ਉਹਨਾਂ ਨੂੰ ਦਿੱਤੀਆਂ ਜਾਣ। ਭਾਵੇਂ ਇਹ ਹਾਲੇ ਇੰਪਲੀਮੈਂਟ ਨਹੀਂ ਕਿਤੇ ਵੀ ਹੁੰਦਾ ਦਿਖਾਈ ਦੇ ਰਿਹਾ, ਨਾ ਹੀ ਅਸੀਂ ਇਹਦੀ ਪੁਸ਼ਟੀ ਕਰਦੇ ਹਾਂ ਵੀ ਇਦਾਂ ਦਾ ਕੋਈ ਤੈਅ ਹੋਇਆ, ਪਰ ਜਦੋਂ ਸਿਆਸੀ ਗਲਿਆਰਿਆਂ ਦੇ ਵਿੱਚ ਇਦਾਂ ਦੀ ਚਰਚਾ ਚੱਲਦੀ ਉਹਦਾ ਕੋਈ ਨਾ ਕੋਈ ਤਾਂ ਆਧਾਰ ਲਾਜ਼ਮੀ ਤੌਰ ਤੇ ਹੁੰਦਾ ਹੈ। ਉਹ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਜਿਹੜਾ ਕਾਂਗਰਸ ਪਾਰਟੀ 'ਚ ਦੁਬਾਰਾ ਆਉਣ ਦੇ ਰੂਪ ਦੇ ਵਿੱਚ ਵੀ ਦੇਖ ਲਿਆ, ਕਿਉਂਕਿ 5-7 ਦਿਨ 10 ਦਿਨ ਪਹਿਲਾਂ ਤੋਂ ਇਹ ਚਰਚਾ ਚੱਲ ਪਈ ਸੀ। ਰਾਣਾ ਗੁਰਜੀਤ ਨੂੰ ਅਸਲ ਦੇ ਵਿੱਚ ਸ਼ਾਇਦ ਜੇ ਉਹ ਲੈ ਕੇ ਜਾਂਦੇ ਨੇ ਅਕਾਲੀ ਦਲ ਵਾਲੇ ਤਾਂ ਕੁਝ ਹਲਕਿਆਂ ਤੇ ਅਸਰ ਰਹੇਗਾ, ਤੇ ਸਪੈਸ਼ਲੀ ਭੁਲੱਥ ਦੇ ਉੱਤੇ ਵੀ ਸ਼ਾਇਦ ਫਿਰ ਭੁਲੱਥ ਦੀ ਸੀਟ ਰਾਣਾ ਗੁਰਜੀਤ ਲੜਨਗੇ ਤਾਂ ਫਿਰ ਬਹੁਤ ਦਿਲਚਸਪ ਮੁਕਾਬਲਾ ਉੱਥੇ ਸੁਖਪਾਲ ਖਹਿਰਾ ਤੇ ਰਾਣਾ ਗੁਰਜੀਤ ਦਾ ਹੋ ਸਕਦਾ ਹੈ। ਤੇ ਪੈਸੇ ਵਾਲੇ ਬੰਦੇ ਆ ਰਾਣਾ ਗੁਰਜੀਤ, ਪੈਸਾ ਤੱਕ ਸੁਖਪਾਲ ਖਹਿਰੇ ਕੋ ਵੀ ਘੱਟ ਨਹੀਂ ਹੈ, ਪਰ ਉਹਨਾਂ ਦਾ ਦਾਅਵਾ ਹੈ ਕਿ ਅਸੀਂ 50 ਸਾਲਾਂ ਤੋਂ ਜੀ ਅਸੀਂ ਭੁਲੱਥ ਜਿਹੜਾ ਸਾਡਾ ਆ 1972 'ਚ ਮੇਰੇ ਫਾਦਰ ਸਾਹਿਬ ਨੇ ਇੱਥੋਂ ਚੋਣ ਜਿੱਤੀ, ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਬਣੇ, ਮੈਂ ਵੀ ਇੱਥੋਂ ਲਗਾਤਾਰ ਜਿੱਤਦਾ ਰਿਹਾ, ਇਸ ਕਰਕੇ ਉਹਨਾਂ ਦੇ ਪਰਿਵਾਰ ਦਾ ਕਿੰਨਾ ਕੁ ਦਬਦਬਾ ਆ ਉਹ ਤਾਂ ਹੁਣ ਜੇ ਅਗਲੀ ਇਲੈਕਸ਼ਨ ਹੋਏਗੀ, ਜਿੱਦਾਂ ਤੁਸੀਂ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਉਹ ਉੱਥੋਂ ਜਿੱਤਣਗੇ, ਇਲੈਕਸ਼ਨ 'ਚ ਕੌਣ ਉਹਨਾਂ ਦੇ ਮੁਕਾਬਲੇ ਹੁੰਦਾ, ਰਾਣਾ ਗੁਰਜੀਤ ਹੁੰਦਾ ਜਾਂ ਬੀਬੀ ਜਗੀਰ ਕੌਰ ਹੁੰਦੀ ਹੈ, ਇਹ ਉਦੋਂ ਦੀਆਂ ਗੱਲਾਂ। ਪਰ ਜੇ ਉਹਦੇ ਹਵਾਲੇ ਨਾਲ ਗੱਲ ਕਰੀਏ ਤਾਂ ਜਿਹੜੇ ਕੁਝ ਹਲਕੇ ਨੇ ਸੁਲਤਾਨਪੁਰ ਜਾਂ ਕੁਝ ਵਿਅਕਤੀ ਨੇ ਉਹਨਾਂ ਨੂੰ ਵੀ ਲੱਗਦਾ ਕਿ ਸਾਡਾ ਪੋਲੀਟੀਕਲ ਕਰੀਅਰ ਜਿਹੜਾ ਮਾੜਾ ਮੋਟਾ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਇੱਧਰ ਜਾ ਕੇ ਜਾਂ ਉੱਧਰ ਜਾ ਕੇ ਬਣ ਸਕਦਾ ਹੈ, ਤੇ ਫਿਰ ਉਸ ਢੰਗ ਨਾਲ ਸੱਜਣ ਸਿੰਘ ਚੀਮਾ ਵੀ ਸ਼ਾਇਦ ਸੋਚ ਰਹੇ ਹੋਣਗੇ, ਹੋਰ ਵੀ ਬਹੁਤ ਸਾਰੇ ਲੋਕ ਹੈ। ਉਹਦੇ 'ਚ ਮੈਨੂੰ ਨਾ ਸਭ ਤੋਂ ਜ਼ਿਆਦਾ ਜਿਹੜੀ ਡੈਮੇਜਿੰਗ ਜਿਹੜੀ ਇੱਕ ਸਟੇਟਮੈਂਟ ਲੱਗੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੀ, ਉਹਨੇ ਇਹ ਗੱਲ ਕਹੀ ਕਿ ਸਾਡੇ ਵੀ ਬਹੁਤ ਸਾਰੇ ਸੰਪਰਕ 'ਚ ਅਕਾਲੀ ਤੇ ਕਾਂਗਰਸੀ ਹੈਗੇ ਆ, ਜਦੋਂ ਇਹ ਸੁਖਪਾਲ ਸਿੰਘ ਖਹਿਰਾ ਗਏ। ਤੇ ਉਹਦਾ ਇਹ ਕਹਿਣਾ ਆਪਣੇ ਆਪ ਦੇ ਵਿੱਚ ਜਿਹੜਾ ਸਾਡੀ ਸ਼ੁਰੂ ਤੋਂ ਇੱਕ ਨਿਰਣਾ ਰਿਹਾ ਆਮ ਆਦਮੀ ਪਾਰਟੀ ਬਾਰੇ ਜਾਂ ਸ਼ੁਰੂ ਤੋਂ ਸਾਡੀ ਸਮਝ ਰਹੀ ਆਮ ਆਦਮੀ ਪਾਰਟੀ ਬਾਰੇ ਉਹਨੂੰ ਪ੍ਰਮਾਣਿਤ ਕਰਦਾ ਉਹਨਾਂ ਦਾ ਇਹ ਬਿਆਨ, ਵੀ ਸਾਡੇ ਵੀ ਸੰਪਰਕ 'ਚ ਅਕਾਲੀ ਤੇ ਬੀਜੇਪੀ ਵਾਲੇ ਅਕਾਲੀ ਤੇ ਕਾਂਗਰਸੀ ਹੈਗੇ ਆ, ਅਸੀਂ ਵੀ ਏਦਾਂ ਉਹਨਾਂ ਨੂੰ ਲੈ ਸਕਦੇ। ਫਿਰ ਤੁਸੀਂ ਕਿਹੜੀ ਵੱਖਰੀ ਪੋਲਿਟਿਕਸ ਦੇਣੀ ਹੈ? ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਇੱਕ ਬਦਲਵੀਂ ਜਿਹੜੀ ਸਿਆਸਤ ਹੈ ਉਹਦਾ ਹੁਣ ਪੂਰੀ ਤਰ੍ਹਾਂ ਭੋਗ ਪੈ ਚੁੱਕਾ ਹੈ, ਤੇ ਬਦਲਵੀਂ ਸਿਆਸਤ ਵਾਸਤੇ ਜ਼ਮੀਨ ਜਿਹੜੀ ਉਹ ਬਿਲਕੁਲ ਹੈ ਹਾਲੇ ਵੀ। ਪਰ ਜਿਹੜੀ ਕੇਵਲ ਵੋਟਾਂ ਦੀ ਗੱਲ ਕਰਨੀ ਹੋਵੇ ਤਾਂ ਵੋਟਾਂ ਤੱਕ, ਕਿਉਂਕਿ 8-9 ਮਹੀਨੇ ਰਹਿ ਗਏ ਆ, ਉਦੋਂ ਤੱਕ ਕੋਈ ਬਦਲਵੀਂ ਸਿਆਸਤ ਜਿਹੜੀ ਆ ਕੋਈ ਬਹੁਤ ਮਜ਼ਬੂਤੀ ਦੇ ਨਾਲ ਸਾਨੂੰ ਦਿਖਾਈ ਦੇਗੀ, ਉਹਦੀ ਸੰਭਾਵਨਾ ਹਾਲ ਫਿਲਹਾਲ ਮੈਨੂੰ ਘੱਟ ਲੱਗਦੀ ਹੈ। ਮੈਨੂੰ ਲੱਗਦਾ ਹੈ ਕਿ ਸ਼ਾਇਦ ਇਸ ਇਲੈਕਸ਼ਨ ਤੋਂ ਬਾਅਦ ਵੀ 5 ਸਾਲ ਤੱਕ ਇੱਕ ਧਿਰ ਏਦਾਂ ਦੀ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਜਿਹੜੀ ਵੋਟਾਂ ਤੇ ਕੋਈ ਬਹੁਤਾ ਮੁਨਸਰ ਨਾ ਹੋਵੇ, ਉਹ ਸਿਰਫ ਤੇ ਸਿਰਫ ਜਨਤਕ ਸੰਘਰਸ਼ਾਂ ਤੇ ਮੁਨਸਰ ਕਰਦੀ ਹੋਵੇ। ਇਹ ਕਿਸਾਨ ਅੰਦੋਲਨ ਆਪਣੀ ਥਾਂ ਦੇ ਉੱਤੇ ਹੈ, ਪਰ ਸਿਆਸੀ ਇੱਕ ਜ਼ਮੀਨ ਫੜ ਕੇ ਤੇ 5 ਸਾਲ ਤੱਕ ਲਗਾਤਾਰ ਪਬਲਿਕ ਸਟਰਗਲਸ ਦੇ ਵਿੱਚ ਇੱਕ ਸਿਆਸੀ ਪਾਰਟੀ ਪਵੇ ਤੇ ਉਹ ਲਗਾਤਾਰ ਸਟਰਗਲ ਹੋਵੇ, ਤੇ ਤਾਂ ਪੰਜਾਬੀਆਂ ਨੂੰ ਇੱਕ ਉਮੀਦ ਜਿਹੜੀ ਆ ਦਿਸੇਗੀ ਨਵੀਂ, ਉਹ ਸ਼ਾਇਦ ਅਗਲੀ ਵਾਰ ਹੋਏਗਾ। ਹੁਣ ਇਸ ਵੇਲੇ ਮੈਨੂੰ ਸੰਭਾਵਨਾ ਘੱਟ ਲੱਗਦੀ। ਦਸਾਂਝ ਸਾਹਿਬ, ਅਗਲੀਆਂ ਇਲੈਕਸ਼ਨਾਂ ਦਾ ਮੁੱਦਾ ਕੀ ਹੋਏਗਾ? ਤੁਹਾਨੂੰ ਕੀ ਲੱਗਦਾ ਆ? ਜਿਹੜੀਆਂ ਸਿੱਟ ਬਣੀ ਆ ਨਵੀਂ, ਉਹ ਬੜੀ ਤੇਜ਼ੀ ਨਾਲ ਉੱਤੇ ਕੰਮ ਕਰ ਰਹੀ ਆ। ਸਮੇਧ ਸੈਣੀ ਨੂੰ ਬਾਰ-ਬਾਰ ਬੁਲਾਇਆ ਜਾ ਰਿਹਾ, ਦੂਜੀ ਵਾਰ ਬੁਲਾ ਰਿਹਾ, ਓਮਰਾ ਨਗਰ ਨੂੰ ਵੀ ਬੁਲਾਇਆ। ਔਰ ਜਿਹੜਾ ਬੇਅਦਬੀਆਂ ਦਾ ਮੁੱਦਾ ਤੇ ਕੋਟਕਪੂਰਾ ਗੋਲੀकांड ਵਾਲਾ ਮੁੱਦਾ, ਉਹਨੂੰ ਕੁਝ ਧਿਰਾਂ ਬਣਾਉਣਾ ਚਾਹੁੰਦੀਆਂ ਨੇ ਅਗਲੀ ਇਲੈਕਸ਼ਨ ਦਾ ਮੁੱਦਾ, ਜਦੋਂ ਕਿ ਕਿਸਾਨ ਅੰਦੋਲਨ ਵੀ ਆਪਣੇ ਆਪ 'ਚ ਇੱਕ ਵੱਡਾ ਭਖਵਾਂ ਮੁੱਦਾ। ਕਿ ਇਹਨਾਂ ਦੋਵਾਂ 'ਚੋਂ ਜੇ ਚੋਣ ਕਰਨੀ ਹੋਵੇ ਪੋਲੀਟੀਕਲ ਕਿਸੇ ਪਾਰਟੀ ਨੇ, ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਮੁੱਦਾ ਜਿਹੜਾ ਉਹ ਪਹਿਲੇ ਨੰਬਰ ਤੇ ਆਏਗਾ ਇਲੈਕਸ਼ਨ ਲਈ? ਦੇਖੋ ਗੱਲ ਇਹ ਆ ਵੀ ਕਿਉਂਕਿ ਪੰਜਾਬ ਨੂੰ ਤੁਸੀਂ ਜਿਸ ਕਿਸਮ ਦਾ ਸਾਡੇ ਇੱਥੇ ਹੈ ਸਾਰਾ ਕੁਝ, ਇੱਕ ਧਰਮ ਦਾ ਬੋਲਬਾਲਾ ਆ ਤੇ ਆਸਥਾ ਨਾਲ ਜੁੜੇ ਜਿਹੜੇ ਬਹੁਤ ਸਾਰੇ ਇਸ਼ੂਜ਼ ਹੁੰਦੇ ਆ, ਇਸ ਕਰਕੇ ਪੰਜਾਬ ਨੂੰ ਕੁਝ ਵੱਖਰੇ ਜਾਵੀਏ ਤੋਂ ਦੇਖਣ ਦੀ ਜ਼ਰੂਰਤ ਹੈ। ਸੱਚਮੁੱਚ ਹੀ ਜਿਹੜਾ ਸਭ ਤੋਂ ਅਹਿਮ ਜਿਹੜਾ ਮੁੱਦਾ ਹੈ ਇਸ ਵੇਲੇ ਉਹ ਕਿਸਾਨ ਹੈ, ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਗੱਲਾਂ ਨੇ। ਸਭ ਤੋਂ ਅਹਿਮ ਮੁੱਦਾ ਬਣਦਾ ਆ ਵੀ ਕਰੋਨਾ ਦੀ ਮਹਾਮਾਰੀ ਦੇ ਦੌਰਾਨ ਕੀ ਕੁਝ ਜਿਹੜਾ ਪੰਜਾਬ ਸਰਕਾਰ ਨੇ ਵੀ ਕੀਤਾ, ਕੀ ਕੁਝ ਕਰਨਾ ਚਾਹੀਦਾ ਸੀ, ਵੈਕਸੀਨ ਦਾ ਘੁਟਾਲਾ ਵੀ ਸਾਡੇ ਸਾਹਮਣੇ ਹੈ, ਜਾਂ ਲੋਕਾਂ ਦੇ ਰੁਜ਼ਗਾਰ ਨਾਲ ਜੁੜੇ ਹੋਏ ਜਿਹੜੇ ਮੁੱਦੇ ਆ। ਜੇ ਰੂਟੀਨ 'ਚ ਦੇਖਣਾ ਹੋਵੇ, ਇੱਕ ਸਿਆਣੀ ਧਿਰ ਜਿਹੜੀ ਆ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਆ ਆਪਣੀ ਗੱਲ ਰੱਖੇਗੀ। ਪਰ ਕਿਉਂਕਿ ਆਸਥਾ ਦਾ ਮੁੱਦਾ ਸਾਡੇ ਇੱਥੇ, ਕਿਉਂਕਿ ਵੋਟ ਬੈਂਕ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਆਸਥਾ ਨਾਲ ਵੀ ਜੁੜਿਆ ਹੋਇਆ, ਇਸ ਕਰਕੇ ਜਾਣਬੁੱਝ ਕੇ ਮਤਲਬ ਆਖਰੀ ਵਰ੍ਹੇ ਦੇ ਵਿੱਚ ਇਹ ਜਿਹੜੇ ਮੁੱਦੇ ਫੇਰ ਤੋਂ ਛੋਏ ਗਏ ਆ। ਇਹ ਨਹੀਂ ਹੈ ਕਿ ਅਚਨਚੇਤ ਹੀ ਬੇਅਦਬੀ ਦਾ ਮੁੱਦਾ ਫੇਰ ਤੋਂ ਸਾਹਮਣੇ ਆ ਗਿਆ, ਅਚਨਚੇਤ ਹੀ ਸਾਰਾ ਕੁਝ ਬਰਗਾੜੀ ਦੇ ਮੋਰਚੇ ਲੱਗਣ ਲੱਗ ਪਏ ਆ, ਜਾਂ ਅਚਨਚੇਤ ਹੀ ਜਿਹੜਾ ਆ ਫੇਰ ਤੋਂ ਸਾਰੀਆਂ ਉਹ ਗੱਲਾਂ ਹੋਣ ਲੱਗ ਪਈਆਂ। ਬਕਾਇਦਾ ਪਲਾਂਟ ਤਰੀਕੇ ਦੇ ਨਾਲ ਇਸ ਮੁੱਦੇ ਨੂੰ ਜਿਹੜਾ ਆ ਬਾਕੀ ਮੁੱਦਿਆਂ ਨੂੰ ਸਾਈਡ ਤੇ ਕਰਕੇ ਅਹਿਮ ਮੁੱਦਾ
ਜਿਹੜਾ ਬਣਾਉਣ ਦੀ ਇੱਕ ਕੋਸ਼ਿਸ਼ ਦੇ ਵਿੱਚ ਸਫਲ ਹੁੰਦੇ ਦਿਖਾਈ ਦੇ ਰਹੇ ਨੇ ਉਹ ਲੋਕ ਜਿਨ੍ਹਾਂ ਨੇ ਇਹ ਸਾਰੀ ਚੀਜ਼ ਦੀ ਜਿਹੜੀ ਪਲਾਨਿੰਗ ਕੀਤੀ ਹੈ। ਸਵਾਲ ਇਹ ਹੋ ਸਕਦਾ ਹੈ ਕਿ 4 ਸਾਲ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਹੀ ਨਹੀਂ ਆਇਆ ਕਿ ਬੇਅਦਬੀ ਦਾ ਵੀ ਕੋਈ ਮੁੱਦਾ ਆ, ਆਮ ਆਦਮੀ ਪਾਰਟੀ ਨੂੰ ਵੀ ਨਹੀਂ ਯਾਦ ਆਇਆ, ਤੇ ਕਾਂਗਰਸ ਨੇ 4 ਸਾਲ ਤੱਕ ਇਸ ਮੁੱਦੇ ਦਾ ਹੱਲ ਨਹੀਂ ਕੀਤਾ। ਇਹ ਸਾਰੀਆਂ ਧਿਰਾਂ ਨੂੰ ਅਚਾਨਕ ਹੀ ਇਹ ਸਾਰਾ ਮੁੱਦਾ ਜਿਹੜਾ ਆ ਕਿਵੇਂ ਲੱਗਣ ਲੱਗ ਪਿਆ ਕਿ ਇਹ ਇਸ ਵੇਲੇ ਸਭ ਤੋਂ ਅਹਿਮ ਮੁੱਦਾ ਹੈ। ਸੋ ਜਿਹੜੀ ਵੰਡ ਬੜੀ ਤਿੱਖੀ ਹੁੰਦੀ ਹੈ ਆਸਥਾ ਦੇ ਨਾਂ ਦੇ ਉੱਤੇ ਵੋਟਾਂ ਦੀ, ਇਸ ਕਰਕੇ ਇਹਨੂੰ ਜਿਹੜਾ ਆ ਉਹ ਪਹਿਲੇ ਮੁੱਦੇ ਦੇ ਤੌਰ ਦੇ ਉੱਤੇ ਜਿਹੜੀਆਂ ਵੱਡੀਆਂ ਧਿਰਾਂ ਆ ਉਹ ਲੈ ਕੇ ਆਉਣਗੀਆਂ। ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਲਏਗੀ, ਕਾਂਗਰਸ ਪਾਰਟੀ ਆਪਣੇ ਤਰੀਕੇ ਨਾਲ ਲਏਗੀ। ਕਾਂਗਰਸ ਪਾਰਟੀ ਕਹੇਗੀ ਕਿ ਦੇਖੋ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਤੀ ਹੈ, ਉਹਦਾ ਟਾਈਮ ਪੀਰੀਅਡ ਸ਼ਾਇਦ ਘਟਾਉਣ ਦੀ ਗੱਲ ਹੋਏਗੀ। SIT ਦਾ ਸ਼ਾਇਦ ਜਦੋਂ ਕਾਂਗਰਸ ਪਾਰਟੀ ਦੀ ਹਾਈ ਕਮਾਨ ਕੋਈ ਸਮਝੌਤੇ ਦਾ ਫਾਰਮੂਲਾ ਕਾਂਗਰਸ ਪਾਰਟੀ ਦੇ ਅੰਦਰ ਰੱਖੇਗੀ ਤੇ ਉਹਦੇ 'ਚ ਸ਼ਾਇਦ ਹੋ ਸਕਦੀ ਹੈ ਗੱਲ ਜਿਹੜਾ 6 ਮਹੀਨੇ ਦਾ ਜਿਹੜਾ ਟਾਈਮ ਪੀਰੀਅਡ ਹੈ ਉਹਨੂੰ ਘਟਾ ਦਿੱਤਾ ਜਾਏ। ਸੋ ਕਾਂਗਰਸ ਉਹਨੂੰ ਇੱਕ ਅਹਿਮ ਗੱਲ ਕਹੇਗੀ, ਦੇਖੋ ਜੀ ਅਸੀਂ ਉਹਦਾ ਟਾਈਮ ਪੀਰੀਅਡ ਵੀ ਘਟਾਤਾ ਤੇ ਅਸੀਂ ਕੁਝ ਲੋਕਾਂ ਨੂੰ ਕਟਹਿਰੇ 'ਚ ਵੀ ਖੜਾ ਕੀਤਾ ਜਾ ਸਕਦਾ ਚੋਣਾਂ ਦੇ ਨੇੜੇ ਤੇੜੇ ਜਾਂਦਾ ਹੋਇਆ ਵੀ ਹਾਂ ਕੁਝ ਆਹ ਲੋਕ ਨੇ ਜੀ। ਮਤਲਬ ਕਾਂਗਰਸ ਪਾਰਟੀ ਬਕਾਇਦਾ ਦਾ ਪ੍ਰਚਾਰ ਕਰੇਗੀ, ਦੇਖੋ ਜੀ ਸਰਕਾਰ ਦੇ ਆਹ 4 ਬੰਦੇ ਜਿਹੜੇ ਆ ਉਹ ਫਰੇਮ ਕਰਤੇ ਆ ਕਿ ਆਹ ਬੰਦੇ ਨੇ ਜੀ ਇਹ ਕਟਹਿਰੇ 'ਚ ਖੜੇ ਨੇ, ਇਹ ਦੋਸ਼ੀ ਨੇ। ਸੋ ਅਲਟੀਮੇਟਲੀ ਇਹਨੂੰ ਇਸ ਢੰਗ ਨਾਲ ਇਹ ਪਾਰਟੀਆਂ ਇਸ਼ੂ ਬਣਾਉਣਗੀਆਂ, ਪਰ ਜਿਹੜੀ ਕੋਈ ਲੋਕਾਂ ਦੀ ਧਿਰ ਹੈ ਉਹ ਸੱਚਮੁੱਚ ਭਾਵੇਂ ਉਹ ਧਿਰ ਦੀ ਸੁਣਵਾਈ ਘੱਟ ਹੋਵੇ ਪਰ ਉਹਦੇ ਵਾਸਤੇ ਅਹਿਮ ਜਿਹੜਾ ਕਿਸਾਨਾਂ ਦਾ ਅੰਦੋਲਨ ਹੋਏਗਾ ਤਾਂ ਜਾਂ ਰੁਜ਼ਗਾਰ ਨਾਲ ਜੁੜੇ ਮੁੱਦੇ ਹੋਣਗੇ ਜਾਂ ਕਰੋਨਾ ਦੇ ਨਾਲ ਕਹਿ ਲਓ ਵੀ ਲੜਦਿਆਂ ਹੋਇਆਂ ਜਿਸ ਕਿਸਮ ਦੇ ਨਾਕਾਮੀਆਂ ਨੇ ਕੇਂਦਰ ਸਰਕਾਰ ਦੀਆਂ ਵੀ ਤੇ ਪੰਜਾਬ ਗੌਰਮੈਂਟ ਦੀਆਂ ਵੀ, ਉਹ ਸਾਰੇ ਮੁੱਦੇ ਆਪਣੇ ਆਪ ਜ਼ਿਆਦਾ ਅਹਿਮ ਨੇ ਜੀ। ਪੰਜਾਬ ਦੇ ਆਰਥਿਕ ਮੁੱਦੇ ਜੇ ਬਣ ਸਕਣ ਅਗਲੀ ਇਲੈਕਸ਼ਨ ਦਾ ਮੁੱਖ ਮੁੱਦਾ ਤਾਂ ਫਿਰ ਪੰਜਾਬੀਆਂ ਲਈ ਇੱਕ ਮੋੜਾ ਹੋਏਗਾ ਮੇਰੇ ਖਿਆਲ 'ਚ ਕਿ ਅਸੀਂ ਉਹ ਭਰਮਜਾਲ ਜਿਹੜੇ ਫੈਲਾ ਦਿੰਦੇ ਨੇ ਉਹਨਾਂ 'ਚੋਂ ਬਾਹਰ ਆ ਸਕੀਏ ਔਰ ਆਪਣੀ ਜਿਹੜੀ ਹਕੀਕੀ ਲੜਾਈ ਆਪਾਂ ਲੜ ਰਹੇ ਹਾਂ ਉਹਦੇ ਲਈ ਕੋਈ ਨਾ ਕੋਈ ਚੰਗੇ ਲੋਕਾਂ ਨੂੰ ਅੱਗੇ ਲਿਆ ਸਕੀਏ। ਸੋ ਅੱਜ ਦੇ ਦਿਨ ਇੰਨਾ ਕਾਫੀ ਹੈ। ਦਸਾਂਝ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਕੱਲ੍ਹ ਦੇ ਪ੍ਰੋਗਰਾਮ 'ਚ ਦੁਬਾਰਾ ਨਵੇਂ ਕਿਸੇ ਵਿਸ਼ਿਆਂ ਨਾਲ ਗੱਲਾਂ ਬਾਤਾਂ ਆਪਾਂ ਆਪਣੇ ਸਰੋਤਿਆਂ ਨਾਲ ਦਰਸ਼ਕਾਂ ਨਾਲ ਕਰਾਂਗੇ। ਬਹੁਤ ਤੁਹਾਡਾ ਸ਼ੁਕਰੀਆ ਜੀ। ਸ਼ੁਕਰੀਆ ਜੀ, ਮਿਹਰਬਾਨੀ।